ਦੋਸਤੋ ਕੀ ਤੁਸੀਂ ਇਹਨਾਂ ਸਵਾਲਾਂ ਦੇ ਜਵਾਬ ਦੇ ਸਕਦੇ ਹੋ ਕਿ ਇੱਕ ਵਿਅਕਤੀ ਦੁਖੀ ਕਿਉਂ ਹੁੰਦਾ ਹੈ ਜਦੋਂ ਕਿ ਦੂਜਾ ਖੁਸ਼ ਕਿਉਂ ਹੁੰਦਾ ਹੈ। ਇੱਕ ਵਿਅਕਤੀ ਸੁਖੀ ਸਮਰਿੱਧ ਕਿਉਂ ਹੁੰਦਾ ਹੈ ਜਦੋਂ ਕਿ ਦੂਜਾ ਗਰੀਬ ਤੇ ਦੁਖੀ ਕਿਉਂ ਹੁੰਦਾ ਹੈ। ਇੱਕ ਵਿਅਕਤੀ ਬੜਾ ਭੈ-ਭੀਤ ਤੇ ਵਿਆਕੁਲ ਹੁੰਦਾ ਆ ਜਦੋਂ ਕਿ ਦੂਜਾ ਬੜਾ ਆਸਥਾਵਾਨ ਤੇ ਆਤਮ ਵਿਸ਼ਵਾਸੀ ਹੁੰਦਾ ਆ। ਇੱਕ ਵਿਅਕਤੀ ਦੇ ਕੋਲ ਸੁੰਦਰ ਆਲੀਸ਼ਾਨ ਬੰਗਲਾ ਕਿਉਂ ਹੁੰਦਾ ਆ ਜਦੋਂ ਕਿ ਦੂਜਾ ਝੌਂਪੜਪੱਟੀ ਵਿੱਚ ਕਿਉਂ ਰਹਿੰਦਾ ਆ। ਇੱਕ ਵਿਅਕਤੀ ਬੜਾ ਸਫਲ ਹੁੰਦਾ ਆ ਜਦੋਂ ਕਿ ਦੂਜਾ ਬੜਾ ਬੁਰੀ ਤਰ੍ਹਾਂ ਅਸਫਲ ਹੁੰਦਾ ਆ। ਇੱਕ ਬੜਾ ਲੋਕਾਂ ਵਿੱਚ ਹਰਮਨ ਪਿਆਰਾ ਹੁੰਦਾ ਆ ਜਦੋਂ ਕਿ ਦੂਜਾ ਬੜਾ ਔਸਤ ਜਿਹਾ ਤੇ ਬਦਨਾਮ ਕਿਉਂ ਹੁੰਦਾ ਆ। ਇੱਕ ਵਿਅਕਤੀ ਆਪਣੇ ਕੰਮ ਜਾਂ ਪੇਸ਼ੇ ਵਿੱਚ ਬੜਾ ਮਾਹਿਰ ਹੁੰਦਾ ਆ ਜਦੋਂ ਕਿ ਦੂਜਾ ਜ਼ਿੰਦਗੀ ਭਰੀ ਮਿਹਨਤ ਕਰਦਾ ਰਹਿੰਦਾ ਆ ਤੇ ਮਿਹਨਤ ਕਰਨ ਦੇ ਬਾਵਜੂਦ ਵੀ ਉਹਨੂੰ ਕੁਝ ਵੀ ਹਾਸਲ ਨਹੀਂ ਹੁੰਦਾ, ਕੁਝ ਵੀ ਹਾਸਲ ਨਹੀਂ ਕਰ ਪਾਉਂਦਾ। ਇੱਕ ਵਿਅਕਤੀ ਬੜੀ ਭੈੜੀ ਤੋਂ ਭੈੜੀ ਬਿਮਾਰੀ ਤੋਂ ਵੀ ਠੀਕ ਹੋ ਜਾਂਦਾ ਆ ਜਦੋਂ ਕਿ ਦੂਜਾ ਵਿਅਕਤੀ ਨਹੀਂ ਠੀਕ ਹੋ ਪਾਉਂਦਾ। ਤੁਸੀਂ ਦੇਖਿਆ ਹੋਵੇਗਾ ਕਿ ਬਹੁਤ ਸਾਰੇ ਧਾਰਮਿਕ ਦਿਆਲੂ ਚੰਗੇ ਲੋਕ ਜਿਹੜੇ ਆ, ਰੱਬ ਨੂੰ ਮੰਨਣ ਵਾਲੇ ਲੋਕ ਜਿਹੜੇ ਆ, ਉਹ ਸਰੀਰਕ ਤੇ ਮਾਨਸਿਕ ਤਸੀਹੇ ਕਿਉਂ ਝੱਲਦੇ ਆ ਤੇ ਜਿਹੜੇ ਅਧਰਮੀ ਆ, ਅਨੈਤਿਕ ਲੋਕ ਆ ਜਿਹੜੇ ਰੱਬ ਨੂੰ ਨਹੀਂ ਮੰਨਦੇ, ਉਹ ਇੰਨੇ ਸਫਲ ਸਮਰਿੱਧ ਤੇ ਤੰਦਰੁਸਤ ਕਿਉਂ ਹੁੰਦੇ ਆ। ਇੱਕ ਵਿਅਕਤੀ ਦਾ ਜਿਹੜਾ ਵਿਆਹਤਾ ਜੀਵਨ ਹੁੰਦਾ ਉਹ ਬੜਾ ਸੁਖੀ ਹੁੰਦਾ ਹੈ ਜਦੋਂ ਕਿ ਦੂਜਾ ਜਿਹੜਾ ਹੁੰਦਾ ਉਹ ਆਪਣੇ ਵਿਆਹੇ ਜੀਵਨ ਤੋਂ ਬੜਾ ਦੁਖੀ ਹੁੰਦਾ ਆ। ਕੀ ਤੁਹਾਡੇ ਚੇਤਨ ਅਤੇ ਅਵਚੇਤਨ ਮਨ ਦੀ ਕਾਰਜਸ਼ੈਲੀ ਵਿੱਚ ਇਹਨਾਂ ਸਵਾਲਾਂ ਦਾ ਕੋਈ ਜਵਾਬ ਮਿਲ ਸਕਦਾ ਆ? ਇਸ ਦਾ ਜਵਾਬ ਆ ਹਾਂ, ਮਿਲ ਸਕਦਾ ਆ। ਕਿਉਂਕਿ ਦੋਸਤੋ ਹਰ ਇਨਸਾਨ ਜ਼ਿੰਦਗੀ ਵਿੱਚ ਇਹਨਾਂ ਗੱਲਾਂ ਬਾਰੇ ਜ਼ਰੂਰ ਸੋਚਦਾ, ਚਾਹੇ ਉਹ ਕੋਈ ਵੀ ਇਨਸਾਨ ਹੋਵੇ। ਸੋ ਇਹਨਾਂ ਸਾਰੀਆਂ ਗੱਲਾਂ ਦੇ ਜਵਾਬ ਤੁਹਾਨੂੰ ਇਸ ਕਿਤਾਬ ਵਿੱਚੋਂ ਜ਼ਰੂਰ ਮਿਲਣਗੇ। ਦੋਸਤੋ ਚਮਤਕਾਰ ਵਾਲਾ ਤੁਸੀਂ ਸਿਰਫ ਸ਼ਬਦ ਹੀ ਸੁਣਿਆ ਹੋਵੇਗਾ ਕਿ ਚਮਤਕਾਰ ਹੁੰਦਾ ਆ, ਪਰ ਅਸਲ ਜ਼ਿੰਦਗੀ ਵਿੱਚ ਚਮਤਕਾਰ ਕਿਵੇਂ ਹੁੰਦਾ ਆ ਇਹ ਵੀ ਰਹੱਸ ਤੁਹਾਨੂੰ ਇਸ ਕਿਤਾਬ ਵਿੱਚੋਂ ਮਿਲੇਗਾ। ਬਾਕੀ ਦੋਸਤੋ ਜੇ ਤੁਸੀਂ ਢੰਡਰੀਆਂ ਵਾਲੇ ਪ੍ਰਚਾਰਕ ਨੂੰ ਕਦੀ ਸੁਣਿਆ ਹੋਵੇਗਾ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਉਹਨਾਂ ਨੇ ਇੱਕ ਨਵੀਂ ਸਵੇਰ ਦਾ ਨਵਾਂ ਸੁਨੇਹਾ ਇੱਕ ਸੀਰੀਜ਼ ਸਟਾਰਟ ਕੀਤੀ ਆ। ਉਸ ਸੀਰੀਜ਼ ਵਿੱਚ ਵੀ ਬਹੁਤ ਸਾਰੀਆਂ ਵੀਡੀਓਜ਼ ਵਿੱਚ ਇਵੇਂ ਦੀਆਂ ਗੱਲਾਂ ਕੀਤੀਆਂ ਗਈਆਂ ਨੇ ਜਿਹੜੀਆਂ ਇਸੇ ਕਿਤਾਬ ਵਿੱਚੋਂ ਲਈਆਂ ਗਈਆਂ ਨੇ। ਸੋ ਕਹਿਣ ਦਾ ਦੋਸਤੋ ਮਤਲਬ ਇਹ ਹੈ ਕਿ ਇਹ ਕਿਤਾਬ ਇੰਨੀ ਵਧੀਆ ਹੈ ਕਿ ਇਸ ਨੂੰ ਹਰ ਕੋਈ ਪੜ੍ਹਦਾ ਹੈ ਤੇ ਸਾਰਿਆਂ ਨੂੰ ਪੜ੍ਹਨੀ ਚਾਹੀਦੀ ਹੈ। ਦੋਸਤੋ ਤੁਸੀਂ ਹੈਰਾਨ ਹੋ ਜਾਵੋਗੇ ਕਿ ਇਹ ਕਿਤਾਬ ਵਿੱਚ ਜੋ ਗੱਲਾਂ ਨੇ, ਜੋ ਵੀ ਖਜ਼ਾਨਾ ਹੈ, ਜੇ ਅਸੀਂ ਉਹਦੇ ਤੇ ਚੰਗੀ ਤਰ੍ਹਾਂ ਅਮਲ ਕਰਾਂਗੇ ਤਾਂ ਅਸੀਂ ਆਪਣੀ ਵੱਡੀ ਤੋਂ ਵੱਡੀ ਬਿਮਾਰੀ ਜਿਹਦੇ ਲਈ ਲੋਕ ਲੱਖਾਂ ਕਰੋੜਾਂ ਰੁਪਇਆ ਹਸਪੀਟਲਾਂ ਵਿੱਚ ਖਰਚ ਕਰਦੇ ਨੇ, ਡਾਕਟਰਾਂ ਨੂੰ ਦਿੰਦੇ ਨੇ, ਉਹ ਅਸੀਂ ਬਿਨਾਂ ਕਿਸੇ ਦਵਾਈ ਤੋਂ, ਬਿਨਾਂ ਕਿਸੇ ਖਰਚੇ ਤੋਂ, ਉਹ ਅਸੀਂ ਘਰ ਬੈਠੇ ਹੀ ਇਸ ਕਿਤਾਬ ਵਿੱਚ ਜੋ ਖਜ਼ਾਨਾ ਆ ਉਹਦੇ ਤੇ ਅਮਲ ਕਰਕੇ ਆਪਣੇ ਆਪ ਨੂੰ ਸਹੀ ਕਰ ਸਕਦੇ ਹਾਂ। ਬਾਕੀ ਦੋਸਤੋ ਜਿਵੇਂ ਮੈਂ ਪਿਛਲੀ ਵਾਰੀ ਵੀਡੀਓ ਅਪਲੋਡ ਕਰੀ ਸੀ ਥਿੰਕ ਐਂਡ ਗਰੋ ਰਿਚ ਬੁੱਕ ਦੀ, ਉਦੋਂ ਵੀ ਮੈਂ ਗੱਲ ਕਹੀ ਸੀ ਤੇ ਮੈਂ ਹੁਣ ਵੀ ਇਹ ਗੱਲ ਕਹਿਣਾ ਹਾਂ, ਜੇ ਤੁਸੀਂ ਪਹਿਲੀ ਵਾਰੀ ਕਿਤਾਬ ਪੜ੍ਹ ਜਾਂ ਸੁਣ ਰਹੇ ਹੋ ਤਾਂ ਤੁਹਾਨੂੰ ਹੋ ਸਕਦਾ ਹੈ ਕਿ ਇਹ ਕਿਤਾਬ ਜਦੋਂ ਤੁਸੀਂ ਪੜ੍ਹੋ ਜਾਂ ਸੁਣੋ ਤਾਂ ਤੁਹਾਨੂੰ ਪਹਿਲੀ ਵਾਰ ਵਿੱਚ ਨਾ ਪਤਾ ਲੱਗੇ ਵੀ ਇਹ ਕੀ ਗੱਲ ਹੋ ਰਹੀ ਹੈ, ਕਿਹਦੇ ਬਾਰੇ ਗੱਲ ਹੋ ਰਹੀ ਹੈ, ਕੀ ਕਰਨਾ ਹੈ, ਕਿਵੇਂ ਕਰਨਾ ਹੈ। ਪਰ ਦੋਸਤੋ ਇਸ ਗੱਲ ਦੀ ਗਰੰਟੀ ਹੈ ਕਿ ਜਦੋਂ ਤੁਸੀਂ ਇਸ ਨੂੰ ਦੂਜੀ ਵਾਰ ਜਾਂ ਤੀਜੀ ਵਾਰ ਜਾਂ ਪੜ੍ਹਨ ਦੀ ਨੀਅਤ ਨਾਲ, ਸਮਝਣ ਦੀ ਨੀਅਤ ਨਾਲ ਜਦੋਂ ਇਸ ਵੀਡੀਓ ਨੂੰ ਦੇਖੋਗੇ ਤਾਂ ਤੁਹਾਨੂੰ ਹਰ ਗੱਲ ਪਤਾ ਲੱਗੇਗੀ ਕਿ ਇਸ ਵੀਡੀਓ ਵਿੱਚ ਹੈ ਕੀ ਹੈ। ਸੋ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ। ਸੋ ਸਾਰੀ ਵੀਡੀਓ ਜ਼ਰੂਰ ਦੇਖਿਓ। ਇਹ ਪੁਸਤਕ ਤੁਹਾਡੇ ਜੀਵਨ ਵਿੱਚ ਚਮਤਕਾਰ ਕਿਵੇਂ ਕਰ ਸਕਦੀ ਹੈ। ਰਾਈਟਰ ਦੱਸਦੇ ਹਨ, ਮੈਂ ਸਾਰੀ ਦੁਨੀਆ ਵਿੱਚ ਹਰ ਤਰ੍ਹਾਂ ਦੇ ਲੋਕਾਂ ਦੇ ਜੀਵਨ ਵਿੱਚ ਚਮਤਕਾਰ ਹੁੰਦੇ ਦੇਖੇ ਹਨ। ਚਮਤਕਾਰ ਤੁਹਾਡੇ ਨਾਲ ਵੀ ਹੋ ਸਕਦੇ ਹਨ, ਬਸ਼ਰਤੇ ਤੁਸੀਂ ਆਪਣੇ ਅਵਚੇਤਨ ਮਨ ਦੀ ਜਾਦੂਈ ਸ਼ਕਤੀ ਦਾ ਇਸਤੇਮਾਲ ਸ਼ੁਰੂ ਕਰ ਦਿਓ। ਇਹ ਪੁਸਤਕ ਤੁਹਾਨੂੰ ਇਹ ਸਿਖਾਉਣ ਲਈ ਲਿਖੀ ਗਈ ਹੈ ਕਿ ਤੁਸੀਂ ਆਪਣੇ ਅਵਚੇਤਨ ਮਨ ਦੀ ਸ਼ਕਤੀ ਨਾਲ ਆਪਣੀ ਤਕਦੀਰ ਕਿਵੇਂ ਬਣਾਓ। ਇਨਸਾਨ ਆਪਣੇ ਅਵਚੇਤਨ ਮਨ ਵਿੱਚ ਜਿਵੇਂ ਸੋਚਦਾ ਹੈ ਉਸੇ ਤਰ੍ਹਾਂ ਦਾ ਹੀ ਉਹ ਬਣ ਜਾਂਦਾ ਹੈ। ਦੋਸਤੋ ਜੇ ਤੁਹਾਨੂੰ ਚੇਤਨ ਅਵਚੇਤਨ ਬਾਰੇ ਨਹੀਂ ਪਤਾ ਤੇ ਇਹਨਾਂ ਦੋਵਾਂ ਵਿੱਚ ਫਰਕ ਕੀ ਹੈ, ਇਹ ਅੱਗੇ ਤੁਹਾਨੂੰ ਬੜੀ ਚੰਗੀ ਤਰ੍ਹਾਂ ਪਤਾ ਚੱਲ ਜਾਵੇਗਾ। ਬਸ ਤੁਸੀਂ ਇਸ ਨੂੰ ਪੜ੍ਹਦੇ ਸੁਣਦੇ ਜਾਓ ਕਿ ਇਸ ਕਿਤਾਬ ਵਿੱਚ ਹੈ ਕੀ, ਤੁਹਾਡਾ ਇੰਟਰਸਟ ਜ਼ਰੂਰ ਬਣੇਗਾ। ਹੁਣ ਗੱਲ ਸ਼ੁਰੂ ਹੁੰਦੀ ਹੈ ਕਿ ਇਹ ਪੁਸਤਕ ਲਿਖੀ ਕਿਉਂ ਗਈ। ਇਵੇਂ ਦੇ ਸਵਾਲ ਕਿ ਇੱਕ ਗਰੀਬ ਕਿਉਂ ਹੁੰਦਾ ਹੈ, ਦੂਜਾ ਅਮੀਰ ਕਿਉਂ ਹੈ, ਇੱਕ ਬਿਮਾਰ ਦੂਜਾ ਤੰਦਰੁਸਤ ਕਿਉਂ ਹੈ, ਇੱਕ ਸਫਲ ਦੂਜਾ ਅਸਫਲ ਕਿਉਂ ਹੈ, ਇਹ ਸਾਰੀਆਂ ਗੱਲਾਂ ਤਕਰੀਬਨ ਹਰ ਇਨਸਾਨ ਸੋਚਦਾ ਹੈ ਤੇ ਉਸ ਨੂੰ ਜਵਾਬ ਨਹੀਂ ਮਿਲਦਾ। ਸੋ ਇਸੇ ਲਈ ਇੱਥੇ ਲੇਖਕ ਦੱਸਦੇ ਹਨ ਕਿ ਇਸ ਤਰ੍ਹਾਂ ਦੇ ਬਹੁਤੇ ਸਵਾਲਾਂ ਦੇ ਜਵਾਬ ਦੱਸਣ ਦੀ ਡੂੰਘੀ ਇੱਛਾ ਦੇ ਕਾਰਨ ਹੀ ਮੈਨੂੰ ਇਹ ਪੁਸਤਕ ਲਿਖਣ ਦੀ ਪ੍ਰੇਰਨਾ ਮਿਲੀ। ਮੈਂ ਮਸਤਿਸ਼ਕ ਦੀ ਮੁੱਢਲੀ ਸੱਚਾਈਆਂ ਨੂੰ ਸੌਖੀ ਤੋਂ ਸੌਖੀ ਭਾਸ਼ਾ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਮੰਨਦਾ ਹਾਂ ਕਿ ਜੀਵਨ ਤੇ ਮਸਤਿਸ਼ਕ ਦੇ ਮੁੱਢਲੇ ਅਤੇ ਬੁਨਿਆਦੀ ਨਿਯਮਾਂ ਨੂੰ ਰੋਜ਼ਾਨਾ ਦੀ ਸੌਖੀ ਭਾਸ਼ਾ ਵਿੱਚ ਸਮਝਾਉਣਾ ਪੂਰੀ ਤਰ੍ਹਾਂ ਸੰਭਵ ਹੈ। ਤੁਸੀਂ ਇਸ ਪੁਸਤਕ ਵਿੱਚ ਉਹੀ ਭਾਸ਼ਾ ਪਾਵੋਗੇ ਜਿਹੜੀ ਅਖਬਾਰਾਂ, ਰਸਾਲਿਆਂ, ਦਫ਼ਤਰਾਂ ਤੇ ਘਰਾਂ ਆਦਿ ਵਿੱਚ ਮਿਲਦੀ ਹੈ। ਮੈਂ ਤੁਹਾਡੇ ਕੋਲ ਇਸ ਪੁਸਤਕ ਦਾ ਅਧਿਐਨ ਕਰਨ ਅਤੇ ਇਸ ਵਿੱਚ ਦੱਸੀਆਂ ਗਈਆਂ ਤਕਨੀਕਾਂ ਨੂੰ ਅਮਲ ਵਿੱਚ ਲਿਆਉਣ ਦਾ ਨਿਵੇਦਨ ਕਰਦਾ ਹਾਂ। ਮੈਨੂੰ ਪੂਰਾ ਯਕੀਨ ਹੈ ਕਿ ਇਸ ਤਰ੍ਹਾਂ ਕਰਨ ਨਾਲ ਤੁਸੀਂ ਉਸ ਚਮਤਕਾਰੀ ਸ਼ਕਤੀ ਨੂੰ ਜਾਣ ਪਾਓਗੇ ਜਿਹੜੀ ਕਿ ਤੁਹਾਨੂੰ ਦਚੁੱਤੀ, ਸੰਤਾਪ, ਉਦਾਸੀ ਅਤੇ ਅਸਫਲਤਾ ਦੀ ਹਫੜਾ ਦਫੜੀ ਤੋਂ ਬਾਹਰ ਕੱਢ ਦੇਵੇਗੀ।
ਇਹ ਸ਼ਕਤੀ ਤੁਹਾਨੂੰ ਆਪਣੀ ਸੱਚੀ ਮੰਜ਼ਿਲ ਤੱਕ ਪਹੁੰਚਣ ਦਾ ਮਾਰਗਦਰਸ਼ਨ ਦੇਵੇਗੀ, ਤੁਹਾਡੀਆਂ ਸਮੱਸਿਆਵਾਂ ਨੂੰ ਸੁਲਝਾਏਗੀ, ਤੁਹਾਨੂੰ ਭਾਵਨਾਤਮਕ ਅਤੇ ਸਰੀਰਕ ਬੇੜੀਆਂ ਤੋਂ ਮੁਕਤ ਕਰੇਗੀ ਅਤੇ ਤੁਹਾਨੂੰ ਸੁਤੰਤਰਤਾ, ਖੁਸ਼ੀ ਤੇ ਮਾਨਸਿਕ ਸ਼ਾਂਤੀ ਦੇ ਰਾਜਸੀ ਮਾਰਗ ਤੇ ਪਹੁੰਚਾ ਦੇਵੇਗੀ। ਤੁਹਾਡੇ ਅਵਚੇਤਨ ਮਨ ਦੀ ਇਹ ਚਮਤਕਾਰੀ ਸ਼ਕਤੀ ਤੁਹਾਡੀ ਹਰ ਬਿਮਾਰੀ ਨੂੰ ਠੀਕ ਕਰ ਸਕਦੀ ਹੈ। ਇਹ ਤੁਹਾਨੂੰ ਦੁਬਾਰਾ ਤੰਦਰੁਸਤ, ਉਤਸ਼ਾਹੀ ਅਤੇ ਸ਼ਕਤੀਸ਼ਾਲੀ ਬਣਾ ਸਕਦੀ ਹੈ। ਜਦੋਂ ਤੁਸੀਂ ਆਪਣੀਆਂ ਆਂਤਰਿਕ ਸ਼ਕਤੀਆਂ ਦਾ ਪ੍ਰਯੋਗ ਕਰਨਾ ਸਿੱਖ ਲਵੋਗੇ ਤਾਂ ਤੁਸੀਂ ਡਰ ਦੀ ਕੈਦ ਤੋਂ ਮੁਕਤ ਹੋ ਜਾਵੋਗੇ ਅਤੇ ਇਹੋ ਜਿਹੇ ਆਨੰਦਮਈ ਜੀਵਨ ਦਾ ਸਵਾਦ ਚੱਖ ਲਵੋਗੇ ਜਿਸ ਨੂੰ ਪਾਲ ਨੇ ਈਸ਼ਵਰ ਦੀ ਸੰਤਾਨਾਂ ਦੀ ਆਨੰਦਦਾਇਕ ਮੁਕਤੀ ਕਿਹਾ ਹੈ। ਚਮਤਕਾਰੀ ਸ਼ਕਤੀ ਕਿਵੇਂ ਪ੍ਰਾਪਤ ਕਰੀਏ? ਸਾਡੇ ਲਈ ਅਵਚੇਤਨ ਮਨ ਦੀ ਚਮਤਕਾਰੀ ਸ਼ਕਤੀ ਦਾ ਸਭ ਤੋਂ ਵੱਡਾ ਸਬੂਤ ਇਹ ਹੋਵੇਗਾ ਕਿ ਸਾਡੀ ਬਿਮਾਰੀ ਠੀਕ ਹੋ ਜਾਵੇ। ਦੋਸਤੋ, ਬਿਲਕੁਲ ਸਹੀ ਗੱਲ ਹੈ ਕਿ ਸਾਨੂੰ ਅਵਚੇਤਨ ਮਨ ਦੀ ਚਮਤਕਾਰੀ ਜੋ ਸ਼ਕਤੀ ਆ ਉਹਦਾ ਸਬੂਤ ਤੇ ਸਾਨੂੰ ਤਾਂ ਹੀ ਮਿਲੇਗਾ ਨਾ ਕਿ ਜੇ ਸਾਡੀ ਜਿਹੜੀ ਬਿਮਾਰੀ ਆ ਉਹ ਠੀਕ ਹੋ ਜਾਵੇ, ਤਾਂ ਹੀ ਸਾਨੂੰ ਉਸ ਉੱਤੇ ਭਰੋਸਾ ਹੋਵੇਗਾ। ਕਈ ਸਾਲ ਪਹਿਲਾਂ ਮੈਂ ਇੱਕ ਟਿਊਮਰ ਦਾ ਇਲਾਜ ਕੀਤਾ ਸੀ ਜਿਸ ਨੂੰ ਡਾਕਟਰਾਂ ਦੀ ਭਾਸ਼ਾ ਵਿੱਚ ਸਰਕੋਮਾ ਕਿਹਾ ਜਾਂਦਾ ਹੈ। ਮੈਂ ਇਹ ਇਲਾਜ ਆਪਣੇ ਅਵਚੇਤਨ ਮਨ ਦੀ ਉਸ ਸ਼ਕਤੀ ਰਾਹੀਂ ਕੀਤਾ ਜਿਸ ਨੇ ਮੇਰੇ ਸਰੀਰ ਦੀ ਰਚਨਾ ਕੀਤੀ ਹੈ ਅਤੇ ਜਿਹੜੀ ਮੇਰੇ ਸਾਰੇ ਮਹੱਤਵਪੂਰਨ ਸਰੀਰਕ ਕਾਰਜਾਂ ਨੂੰ ਨਿਯੰਤਰਿਤ ਕਰਦੀ ਹੈ। ਉਸ ਟਿਊਮਰ ਨੂੰ ਮੈਂ ਜਿਸ ਤਕਨੀਕ ਨਾਲ ਠੀਕ ਕੀਤਾ ਸੀ ਉਹ ਤਕਨੀਕ ਇਸ ਪੁਸਤਕ ਵਿੱਚ ਅੱਗੇ ਵਿਸਥਾਰ ਨਾਲ ਦੱਸੀ ਗਈ ਹੈ। ਮੈਨੂੰ ਪੂਰਾ ਯਕੀਨ ਹੈ ਕਿ ਇਸ ਨਾਲ ਦੂਜਿਆਂ ਨੂੰ ਵੀ ਉਸ ਉਪਚਾਰਕ ਸ਼ਕਤੀ ਉੱਤੇ ਭਰੋਸਾ ਹੋ ਜਾਵੇਗਾ ਜਿਹੜੀ ਕਿ ਸਾਡੇ ਸਾਰਿਆਂ ਦੇ ਅਵਚੇਤਨ ਮਨ ਦੀ ਡੂੰਘਾਈ ਵਿੱਚ ਮੌਜੂਦ ਹੈ। ਇੱਕ ਬਜ਼ੁਰਗ ਡਾਕਟਰ ਮਿੱਤਰ ਦੀ ਸਲਾਹ ਨਾਲ ਮੈਨੂੰ ਅਚਨਚੇਤ ਹੀ ਇਹ ਅਹਿਸਾਸ ਹੋਇਆ ਕਿ ਜਦ ਅਵਚੇਤਨ ਮਨ ਦੇ ਰਚਨਾਤਮਕ ਗਿਆਨ ਨੇ ਮੇਰਾ ਪੂਰਾ ਸਰੀਰ ਅਤੇ ਇਹ ਸਾਰੇ ਅੰਗ ਬਣਾਏ ਹਨ ਤਾਂ ਇਹ ਆਪਣੀ ਹੀ ਬਣਾਈ ਹੋਈ ਚੀਜ਼ ਨੂੰ ਠੀਕ ਕਿਉਂ ਨਹੀਂ ਕਰ ਸਕਦਾ। ਪੁਰਾਣੀ ਮਨੌਤ ਹੈ, ਡਾਕਟਰ ਸੱਟ ਉੱਤੇ ਪੱਟੀ ਕਰਦਾ ਹੈ, ਈਸ਼ਵਰ ਉਸ ਨੂੰ ਠੀਕ ਕਰਦਾ ਹੈ। ਕਾਰਗਰ ਪ੍ਰਾਰਥਨਾ ਨਾਲ ਚਮਤਕਾਰ ਹੁੰਦੇ ਹਨ। ਵਿਗਿਆਨਿਕ ਪ੍ਰਾਰਥਨਾ ਮਸਤਿਸ਼ਕ ਦੇ ਚੇਤਨ ਅਤੇ ਅਵਚੇਤਨ ਸਤਨਾਂ ਦੇ ਵਿਚਕਾਰ ਦੀ ਇਹੋ ਜਿਹੀ ਇਕਸਾਰਤਾਪੂਰਨ ਆਪਸੀ ਪ੍ਰਤੀਕਿਰਿਆ ਹੈ ਜਿਸ ਨਾਲ ਕਿਸੇ ਖਾਸ ਉਦੇਸ਼ ਨੂੰ ਪਾਉਣ ਲਈ ਵਿਗਿਆਨਿਕ ਤਰੀਕਿਆਂ ਨੂੰ ਨਿਰਦੇਸ਼ਿਤ ਕੀਤਾ ਜਾਂਦਾ ਹੈ। ਇਹ ਪੁਸਤਕ ਤੁਹਾਡੇ ਅੰਦਰ ਛੁਪੀ ਹੋਈ ਅਨੰਤ ਸ਼ਕਤੀ ਨੂੰ ਇਸਤੇਮਾਲ ਕਰਨ ਦਾ ਵਿਗਿਆਨਿਕ ਤਰੀਕਾ ਸਿਖਾਏਗੀ। ਇਹ ਪੁਸਤਕ ਤੁਹਾਨੂੰ ਉਹ ਸਾਰਾ ਕੁਝ ਪਾਉਣ ਲਈ ਸਮਰੱਥ ਬਣਾਏਗੀ ਜਿਹੜੀ ਤੁਸੀਂ ਜੀਵਨ ਵਿੱਚ ਸੱਚਮੁੱਚ ਚਾਹੁੰਦੇ ਹੋ। ਤੁਸੀਂ ਜ਼ਿਆਦਾ ਸੁਖੀ, ਪੂਰਨ ਅਤੇ ਸਮਰਿੱਧ ਜੀਵਨ ਚਾਹੁੰਦੇ ਹੋ। ਇਸ ਚਮਤਕਾਰੀ ਸ਼ਕਤੀ ਦਾ ਇਸਤੇਮਾਲ ਕਰਕੇ ਆਪਣੇ ਰੋਜ਼ਾਨਾ ਦੇ ਜੀਵਨ ਨੂੰ ਸੁਖੀ ਬਣਾਓ, ਆਪਣੇ ਕੰਮ ਧੰਦਿਆਂ ਦੀਆਂ ਸਮੱਸਿਆਵਾਂ ਨੂੰ ਸੁਲਝਾਓ ਅਤੇ ਪਰਿਵਾਰਕ ਰਿਸ਼ਤਿਆਂ ਵਿੱਚ ਮਿਠਾਸ ਲਿਆਓ। ਇਹ ਪੁਸਤਕ ਨੂੰ ਵਾਰ-ਵਾਰ ਪੜ੍ਹੋ। ਇਸ ਤੋਂ ਤੁਹਾਨੂੰ ਜਾਣਕਾਰੀ ਮਿਲੇਗੀ ਕਿ ਇਹ ਅਦਭੁਤ ਸ਼ਕਤੀ ਕਿਵੇਂ ਕੰਮ ਕਰਦੀ ਹੈ ਤੇ ਤੁਸੀਂ ਆਪਣੇ ਅੰਦਰ ਛੁਪੀ ਹੋਈ ਪ੍ਰੇਰਨਾ ਅਤੇ ਬੁੱਧੀਮਾਨੀ ਨੂੰ ਸਾਹਮਣੇ ਕਿਵੇਂ ਲਿਆ ਸਕਦੇ ਹੋ। ਅਵਚੇਤਨ ਮਨ ਨੂੰ ਪ੍ਰਭਾਵਿਤ ਕਰਨ ਦੀਆਂ ਸੌਖੀਆਂ ਤਕਨੀਕਾਂ ਸਿੱਖ ਲਵੋ। ਆਪਣੀ ਸ਼ਕਤੀ ਦੇ ਅਨੰਤ ਭੰਡਾਰ ਨੂੰ ਇਸਤੇਮਾਲ ਕਰਨ ਦਾ ਨਵਾਂ ਵਿਗਿਆਨਕ ਤਰੀਕਾ ਅਪਣਾਓ। ਇਸ ਪੁਸਤਕ ਨੂੰ ਬੜੇ ਧਿਆਨ, ਇਮਾਨਦਾਰੀ ਅਤੇ ਪ੍ਰੇਮ ਨਾਲ ਪੜ੍ਹੋ। ਵਿਸ਼ਵਾਸ ਰੱਖੋ ਕਿ ਇਹ ਤੁਹਾਡੀ ਹੈਰਾਨੀਕੁੰਨ ਮਦਦ ਕਰ ਸਕਦੀ ਹੈ। ਹੋ ਸਕਦਾ ਹੈ ਅਤੇ ਮੇਰਾ ਮੰਨਣਾ ਹੈ ਇੰਜ ਹੀ ਹੋਵੇਗਾ, ਇਹ ਤੁਹਾਡੇ ਜੀਵਨ ਦਾ ਨਿਰਣਾਇਕ ਮੋੜ ਸਾਬਤ ਹੋਵੇ। ਹਰ ਵਿਅਕਤੀ ਪ੍ਰਾਰਥਨਾ ਕਰਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਕਾਰਗਰ ਪ੍ਰਾਰਥਨਾ ਕਿਵੇਂ ਕੀਤੀ ਜਾਂਦੀ ਹੈ? ਕਿੰਨੇ ਲੰਮੇ ਸਮੇਂ ਤੋਂ ਨਿਯਮਿਤ ਪ੍ਰਾਰਥਨਾ ਕਰਨਾ ਛੱਡ ਦਿੱਤਾ ਹੈ। ਆਮ ਤੌਰ ਤੇ ਖਤਰੇ ਜਾਂ ਮੁਸੀਬਤ, ਬਿਮਾਰੀ ਜਾਂ ਮੌਤ ਦੇ ਨਜ਼ਦੀਕ ਆਉਣ ਤੇ ਜਾਂ ਵਿਖੜੇ ਵੇਲੇ ਵਿੱਚ ਪ੍ਰਾਰਥਨਾਵਾਂ ਮੂੰਹੋਂ ਕਿਉਂ ਨਿਕਲਦੀਆਂ ਹਨ? ਰੋਜ਼ਾਨਾ ਦੀਆਂ ਖਬਰਾਂ ਉੱਤੇ ਨਜ਼ਰਸਾਨੀ ਕਰੋ। ਦੇਸ਼ ਵਾਸੀ ਕਿਸੇ ਅਸਾਧ ਬਿਮਾਰੀ ਤੋਂ ਪੀੜਤ ਬੱਚੇ ਲਈ ਪ੍ਰਾਰਥਨਾ ਕਰ ਰਹੇ ਹਨ। ਦੇਸ਼ਾਂ ਵਿਚਕਾਰ ਅਮਨ ਵਾਸਤੇ ਦੁਆਵਾਂ ਮੰਗੀਆਂ ਜਾ ਰਹੀਆਂ ਹਨ। ਕਿਸੇ ਖਦਾਨ ਅੰਦਰ ਪਾਣੀ ਭਰ ਜਾਣ ਕਾਰਨ ਫਸੇ ਹੋਏ ਖਨਿਕਾਂ ਲਈ ਪ੍ਰਾਰਥਨਾ ਕੀਤੀਆਂ ਜਾ ਰਹੀਆਂ ਹਨ। ਬਚਣ ਤੋਂ ਬਾਅਦ ਉਹਨਾਂ ਨੇ ਵੀ ਇਹ ਦੱਸਿਆ ਕਿ ਉਹਨਾਂ ਨੇ ਵੀ ਬਚਾਅ ਦਾ ਇੰਤਜ਼ਾਰ ਕਰਨ ਵੇਲੇ ਪ੍ਰਾਰਥਨਾ ਕੀਤੀ ਸੀ। ਬੇਸ਼ੱਕ ਮੁਸੀਬਤ ਵੇਲੇ ਪ੍ਰਾਰਥਨਾ ਹਮੇਸ਼ਾ ਮਦਦ ਕਰਦੀ ਹੈ, ਲੇਕਿਨ ਪ੍ਰਾਰਥਨਾ ਨੂੰ ਆਪਣੇ ਜੀਵਨ ਦਾ ਅਖੰਡ ਤੇ ਸਿਰਜਣਾਤਮਕ ਹਿੱਸਾ ਬਣਾਉਣ ਲਈ ਅਸੀਂ ਮੁਸੀਬਤ ਦਾ ਇੰਤਜ਼ਾਰ ਕਿਉਂ ਕਰੀਏ? ਪ੍ਰਾਰਥਨਾ ਦੇ ਨਾਟਕੀ ਚਮਤਕਾਰ ਅਖਬਾਰਾਂ ਦੀਆਂ ਸੁਰਖੀਆਂ ਵਿੱਚ ਛਪਦੇ ਰਹਿੰਦੇ ਹਨ, ਜਿਹੜੇ ਇਸ ਗੱਲ ਦਾ ਸਬੂਤ ਹਨ ਕਿ ਪ੍ਰਾਰਥਨਾ ਕਾਰਗਰ ਹੁੰਦੀ ਹੈ। ਲੇਕਿਨ ਪ੍ਰਾਰਥਨਾ ਦੇ ਹੋਰ ਪ੍ਰਕਾਰ ਵੀ ਹਨ, ਜਿਵੇਂ ਬੱਚਿਆਂ ਦੀਆਂ ਨਿੱਕੀਆਂ-ਨਿੱਕੀਆਂ ਪ੍ਰਾਰਥਨਾਵਾਂ, ਹਰ ਦਿਨ ਰੋਟੀ ਖਾਣ ਵੇਲੇ ਰੱਬ ਦੀ ਯਾਦ, ਰੱਬ ਨਾਲ ਸੰਚਾਰਨ ਦੀ ਇੱਛਾ ਨਾਲ ਕੀਤੀ ਗਈ ਧਾਰਮਿਕ ਆਰਾਧਨਾ।
ਮੈਂ ਬੜੇ ਲੰਮੇ ਸਮੇਂ ਤੋਂ ਪ੍ਰਾਰਥਨਾ ਦੀਆਂ ਵਿਭਿੰਨ ਵਿਧੀਆਂ ਦਾ ਅਧਿਐਨ ਕੀਤਾ ਹੈ। ਮੈਂ ਆਪ ਵੀ ਆਪਣੇ ਜੀਵਨ ਵਿੱਚ ਇਸ ਦੀ ਸ਼ਕਤੀ ਨੂੰ ਮਹਿਸੂਸ ਕੀਤਾ ਹੈ। ਇਸ ਤੋਂ ਇਲਾਵਾ ਮੈਂ ਕਈ ਇਹੋ ਜਿਹੇ ਲੋਕਾਂ ਨਾਲ ਵੀ ਗੱਲਬਾਤ ਤੇ ਕੰਮ ਕੀਤਾ ਹੈ ਜਿਨ੍ਹਾਂ ਨੂੰ ਪ੍ਰਾਰਥਨਾਵਾਂ ਨਾਲ ਬੜਾ ਫਾਇਦਾ ਹੋਇਆ ਹੈ। ਆਮ ਤੌਰ 'ਤੇ ਸਮੱਸਿਆ ਇਹ ਆਉਂਦੀ ਹੈ ਕਿ ਕਿਸੇ ਦੂਜੇ ਨੂੰ ਪ੍ਰਾਰਥਨਾ ਕਰਨਾ ਕਿਵੇਂ ਸਿਖਾਇਆ ਜਾਵੇ। ਮੁਸੀਬਤ ਵਿੱਚ ਫਸੇ ਹੋਏ ਲੋਕਾਂ ਲਈ ਤਾਰਕਿਕ ਢੰਗ ਨਾਲ ਸੋਚਣਾ ਤੇ ਕੰਮ ਕਰਨਾ ਮੁਸ਼ਕਲ ਹੁੰਦਾ ਹੈ। ਉਹਨਾਂ ਦੀਆਂ ਸਮੱਸਿਆਵਾਂ ਉਹਨਾਂ ਉੱਤੇ ਹਾਵੀ ਹੋ ਜਾਂਦੀਆਂ ਹਨ ਅਤੇ ਸੁਣਨ ਸਮਝਣ ਦੀ ਸਮਰੱਥਾ ਨੂੰ ਘੱਟ ਕਰ ਦਿੰਦੀਆਂ ਹਨ। ਉਹਨਾਂ ਨੂੰ ਕੋਈ ਸੌਖਾ ਜਿਹਾ ਫਾਰਮੂਲਾ ਚਾਹੀਦਾ ਹੈ ਜਿਸ ਦੀ ਉਹ ਪਾਲਣਾ ਕਰ ਸਕਣ, ਕੋਈ ਕਾਰਗਰ ਤਰੀਕਾ ਜਿਹੜਾ ਸੌਖਾ ਤੇ ਖਾਸ ਹੋਵੇ। ਇਸ ਪੁਸਤਕ ਦੀ ਅਨੂਠੀ ਵਿਸ਼ੇਸ਼ਤਾ ਇਹ ਹੈ ਕਿ ਵਿਵਹਾਰਿਕ ਤੇ ਯਥਾਰਥਪੂਰਕ ਹੈ। ਇਸ ਵਿੱਚ ਤੁਹਾਨੂੰ ਸੌਖੀਆਂ ਤਕਨੀਕਾਂ ਤੇ ਕਾਰਗਰ ਫਾਰਮੂਲੇ ਮਿਲਣਗੇ ਜਿਨ੍ਹਾਂ ਨੂੰ ਤੁਸੀਂ ਰੋਜ਼ਾਨਾ ਦੇ ਜੀਵਨ ਵਿੱਚ ਅਜਮਾ ਸਕਦੇ ਹੋ। ਇਹ ਸੌਖੀਆਂ ਤਕਨੀਕਾਂ ਮੈਂ ਦੁਨੀਆ ਭਰ ਦੇ ਲੋਕਾਂ ਨੂੰ ਸਿਖਲਾਈ ਹੈ। ਇਸ ਪੁਸਤਕ ਦੀਆਂ ਕੁਝ ਗੱਲਾਂ ਖਾਸ ਤੌਰ ਤੇ ਤੁਹਾਡੀ ਮਦਦ ਕਰਨਗੀਆਂ। ਇਸ ਵਿੱਚ ਇਹ ਰਹੱਸ ਖੋਲ੍ਹਿਆ ਗਿਆ ਹੈ ਕਿ ਤੁਸੀਂ ਜਿਸ ਵਸਤ ਲਈ ਪ੍ਰਾਰਥਨਾ ਕਰਦੇ ਹੋ ਅਕਸਰ ਤੁਹਾਨੂੰ ਉਸ ਦੇ ਉਲਟ ਨਤੀਜੇ ਕਿਉਂ ਮਿਲਦੇ ਹਨ। ਦੁਨੀਆ ਭਰ ਦੇ ਹਜ਼ਾਰਾਂ ਹੀ ਲੋਕਾਂ ਨੇ ਮੈਨੂੰ ਪੁੱਛਿਆ, ਵਾਰ-ਵਾਰ ਪ੍ਰਾਰਥਨਾ ਕਰਨ ਦੇ ਬਾਵਜੂਦ ਮੈਨੂੰ ਮੰਗੀ ਹੋਈ ਚੀਜ਼ ਕਿਉਂ ਨਹੀਂ ਮਿਲੀ। ਇਸ ਪੁਸਤਕ ਵਿੱਚ ਤੁਹਾਨੂੰ ਇਸ ਦਾ ਕਾਰਨ ਪਤਾ ਚੱਲ ਜਾਵੇਗਾ। ਇਸ ਵਿੱਚ ਅਵਚੇਤਨ ਮਨ ਨੂੰ ਪ੍ਰਭਾਵਿਤ ਕਰਨ ਤੇ ਸਹੀ ਜਵਾਬ ਪਾਉਣ ਦੇ ਤਰੀਕਿਆਂ ਦਾ ਜਿਹੜਾ ਸਪਸ਼ਟੀਕਰਨ ਦਿੱਤਾ ਗਿਆ ਹੈ, ਉਸ ਨਾਲ ਇਹ ਅਸਧਾਰਨ ਤੌਰ ਤੇ ਹੋਰ ਮੁੱਲਵਾਨ ਬਣ ਜਾਂਦੀ ਹੈ। ਇਹ ਔਖੇ ਵੇਲੇ ਹਮੇਸ਼ਾ ਮਦਦ ਕਰੇਗੀ। ਤੁਸੀਂ ਕਿਸ ਚੀਜ਼ ਤੇ ਭਰੋਸਾ ਕਰਦੇ ਹੋ? ਬਹੁਤ ਸਾਰੇ ਲੋਕ ਸੋਚਦੇ ਹਨ ਕਿ ਵਿਅਕਤੀ ਦੀ ਪ੍ਰਾਰਥਨਾ ਦਾ ਜਵਾਬ ਉਸ ਚੀਜ਼ ਦੇ ਕਾਰਨ ਮਿਲਦਾ ਹੈ ਜਿਸ ਵਿੱਚ ਉਹ ਵਿਸ਼ਵਾਸ ਕਰਦਾ ਹੈ। ਨਹੀਂ, ਇੰਜ ਨਹੀਂ ਹੈ। ਉਸ ਨੂੰ ਤਾਂ ਜਵਾਬ ਆਪਣੇ ਵਿਸ਼ਵਾਸ ਦੇ ਕਾਰਨ ਮਿਲਦਾ ਹੈ। ਪ੍ਰਾਰਥਨਾ ਦਾ ਫਲ ਤਾਂ ਤਦ ਹੀ ਮਿਲਦਾ ਹੈ ਜਦ ਵਿਅਕਤੀ ਦਾ ਅਵਚੇਤਨ ਮਨ ਉਸ ਵਿਅਕਤੀ ਦੀ ਮਾਨਸਿਕ ਤਸਵੀਰ ਜਾਂ ਵਿਚਾਰਾਂ ਤੇ ਪ੍ਰਤੀਕਿਰਿਆ ਕਰਕੇ ਉਸ ਨੂੰ ਹਕੀਕਤ ਵਿੱਚ ਬਦਲ ਦਿੰਦਾ ਹੈ। ਵਿਸ਼ਵਾਸ ਦਾ ਇਹ ਨਿਯਮ ਦੁਨੀਆ ਦੇ ਸਾਰੇ ਧਰਮਾਂ ਦਾ ਗੁਪਤ ਸਿਧਾਂਤ ਹੈ। ਇਹ ਉਹਨਾਂ ਦੇ ਮਨੋਵਿਗਿਆਨਿਕ ਸੱਤ ਦਾ ਛੁਪਿਆ ਹੋਇਆ ਕਾਰਨ ਹੈ। ਧਾਰਮਿਕ ਵਿਭਿੰਨਤਾਵਾਂ ਦੇ ਬਾਵਜੂਦ ਬੌਧ, ਈਸਾਈ, ਮੁਸਲਮ ਤੇ ਯਹੂਦੀ ਲੋਕਾਂ ਨੂੰ ਆਪਣੀ ਪ੍ਰਾਰਥਨਾਵਾਂ ਦੇ ਜਵਾਬ ਮਿਲਦੇ ਹਨ। ਇੰਜ ਕਿਵੇਂ ਹੋ ਸਕਦਾ ਹੈ? ਇਸ ਦਾ ਕਾਰਨ ਇਹ ਹੈ ਕਿ ਪ੍ਰਾਰਥਨਾਵਾਂ ਦੇ ਜਵਾਬ ਕਿਸੇ ਖਾਸ ਆਸਥਾ, ਧਰਮ, ਜੁੜਾਅ, ਕਰਮਕਾਂਡ, ਸੰਸਕਾਰ, ਆਰਾਧਨਾ, ਭਜਨ, ਮੰਤਰ, ਬਲੀ ਜਾਂ ਚੜਾਵੇ ਕਾਰਨ ਨਹੀਂ ਮਿਲਦੇ। ਜਵਾਬ ਤਾਂ ਉਸ ਆਸਥਾ ਜਾਂ ਮਾਨਸਿਕ ਸਵੀਕ੍ਰਿਤੀ ਦੇ ਕਾਰਨ ਮਿਲਦੇ ਹਨ ਜਿਸ ਨਾਲ ਪ੍ਰਾਰਥਨਾ ਕੀਤੀ ਜਾਂਦੀ ਹੈ। ਜੀਵਨ ਦਾ ਨਿਯਮ ਆਸਥਾ ਦਾ ਨਿਯਮ ਹੈ। ਆਸਥਾ ਜਾਂ ਵਿਸ਼ਵਾਸ ਨੂੰ ਸੰਖੇਪ ਵਿੱਚ ਤੁਸੀਂ ਮਨ ਜਾਂ ਮਸਤਿਸ਼ਕ ਦਾ ਵਿਚਾਰ ਕਹਿ ਸਕਦੇ ਹੋ। ਵਿਅਕਤੀ ਜਿਵੇਂ ਸੋਚਦਾ, ਮਹਿਸੂਸ ਅਤੇ ਵਿਸ਼ਵਾਸ ਕਰਦਾ ਹੈ, ਉਂਝ ਦਾ ਹੀ ਉਸ ਦਾ ਮਨ, ਸਰੀਰ ਤੇ ਹਾਲਾਤ ਹੁੰਦੇ ਹਨ। ਤੁਸੀਂ ਕੀ ਕਰ ਰਹੇ ਹੋ ਅਤੇ ਕਿਉਂ ਕਰ ਰਹੇ ਹੋ, ਇਹ ਜਾਣ ਲੈਣ ਤੋਂ ਬਾਅਦ ਤੁਸੀਂ ਅਵਚੇਤਨ ਮਨ ਦੀ ਮਦਦ ਨਾਲ ਇਹੋ ਜਿਹੀ ਤਕਨੀਕ ਤਿਆਰ ਕਰ ਸਕਦੇ ਹੋ ਜਿਹੜੀ ਤੁਹਾਨੂੰ ਜੀਵਨ ਦੀਆਂ ਸਾਰੀਆਂ ਚੰਗੀਆਂ ਚੀਜ਼ਾਂ ਦਿਲਾਉਣ। ਸਫਲ ਪ੍ਰਾਰਥਨਾ ਦਾ ਅਸਲ ਅਰਥ ਮਨੋਕਾਮਨਾ ਪੂਰੀ ਹੋਣਾ ਹੈ। ਇੱਛਾ ਪ੍ਰਾਰਥਨਾ ਹੈ। ਹਰ ਵਿਅਕਤੀ ਸਿਹਤ, ਖੁਸ਼ੀ, ਸੁਰੱਖਿਆ, ਮਾਨਸਿਕ ਸ਼ਾਂਤੀ ਤੇ ਸੱਚੀ ਅਭਿਵਿਅਕਤੀ ਦੀ ਇੱਛਾ ਰੱਖਦਾ ਹੈ। ਲੇਕਿਨ ਸਾਡੇ ਵਿੱਚੋਂ ਕਿੰਨੇ ਕੁ ਲੋਕ ਇਹਨਾਂ ਨੂੰ ਪਾ ਲੈਂਦੇ ਹਨ? ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਨੇ ਕੁਝ ਸਮਾਂ ਪਹਿਲਾਂ ਮੈਨੂੰ ਕਿਹਾ ਸੀ, ਮੈਂ ਜਾਣਦਾ ਹਾਂ ਕਿ ਜੇਕਰ ਮੈਂ ਆਪਣੇ ਮਾਨਸਿਕ ਨਜ਼ਰੀਏ ਨੂੰ ਬਦਲ ਲਵਾਂ ਅਤੇ ਆਪਣੇ ਭਾਵਨਾਤਮਕ ਜੀਵਨ ਨੂੰ ਨਵੀਂ ਦਿਸ਼ਾ ਦੇ ਦੇਵਾਂ ਤਾਂ ਮੇਰੇ ਹਿਰਦੇ ਦੀ ਸਥਿਤੀ ਸੁਧਰ ਜਾਵੇਗੀ। ਮੈਂ ਇਹ ਗੱਲ ਜਾਣਦਾ ਹਾਂ, ਪਰ ਪਰੇਸ਼ਾਨੀ ਇਹ ਹੈ ਕਿ ਮੇਰੇ ਕੋਲ ਇੰਜ ਕਰਨ ਦੀ ਕੋਈ ਤਕਨੀਕ, ਪ੍ਰਕਿਰਿਆ ਜਾਂ ਕਾਰਜਵਿਧੀ ਨਹੀਂ ਹੈ। ਮੇਰਾ ਮਨ ਮਸਤਿਸ਼ਕ ਕਈ ਸਮੱਸਿਆਵਾਂ ਉੱਤੇ ਇੱਥੇ ਉੱਥੇ ਭਟਕਦਾ ਰਹਿੰਦਾ ਹੈ ਅਤੇ ਮੈਂ ਕੁੰਠਿਤ, ਦੁਖੀ ਤੇ ਹਾਰਾ ਹੋਇਆ ਮਹਿਸੂਸ ਕਰਦਾ ਹਾਂ। ਇਸ ਪ੍ਰੋਫੈਸਰ ਦੇ ਮਨ ਵਿੱਚ ਸੰਪੂਰਨ ਸਿਹਤ ਦੀ ਇੱਛਾ ਤੇ ਸੀ। ਉਸ ਨੂੰ ਤਾਂ ਕੇਵਲ ਇਸ ਦਾ ਗਿਆਨ ਨਹੀਂ ਸੀ ਕਿ ਉਸ ਦਾ ਦਿਮਾਗ ਕਿਵੇਂ ਕੰਮ ਕਰਦਾ ਹੈ। ਇਸ ਗਿਆਨ ਨਾਲ ਉਹ ਆਪਣੀ ਮਨੌਤ ਪੂਰੀ ਕਰ ਸਕਦਾ ਸੀ ਅਤੇ ਇਹੀ ਹੋਇਆ। ਇਸ ਪੁਸਤਕ ਵਿੱਚ ਦੱਸੀਆਂ ਗਈਆਂ ਉਪਚਾਰਕ ਵਿਧੀਆਂ ਦੇ ਪ੍ਰਯੋਗ ਨਾਲ ਉਹ ਪੂਰਨ ਤੌਰ ਤੇ ਸਿਹਤਮੰਦ ਹੋ ਗਿਆ। ਸਾਰੇ ਵਿਅਕਤੀਆਂ ਵਿੱਚ ਸਦੀਵੀ ਮਸਤਿਸ਼ਕ ਅੰਸ਼ ਹੈ। ਤੁਹਾਡੇ ਅਵਚੇਤਨ ਮਨ ਦੀ ਚਮਤਕਾਰੀ ਸ਼ਕਤੀਆਂ ਉਸ ਸਮੇਂ ਵੀ ਮੌਜੂਦ ਸਨ ਜਦ ਤੁਸੀਂ ਜਾਂ ਮੈਂ ਪੈਦਾ ਵੀ ਨਹੀਂ ਸੀ ਹੋਏ, ਜਦ ਕੋਈ ਚਰਚ ਨਹੀਂ ਸੀ, ਜਦ ਦੁਨੀਆ ਹੀ ਨਹੀਂ ਸੀ। ਜੀਵਨ ਦੀ ਮਹਾਨ ਸਦੀਵੀ ਸੱਚਾਈਆਂ ਤੇ ਸਿਧਾਂਤ ਉਸ ਸਮੇਂ ਵੀ ਮੌਜੂਦ ਸਨ ਜਦੋਂ ਕੋਈ ਧਰਮ ਸ਼ੁਰੂ ਵੀ ਨਹੀਂ ਸੀ ਹੋਇਆ।
ਮੈਂ ਤੁਹਾਨੂੰ ਨਿਵੇਦਨ ਕਰਦਾ ਹਾਂ ਕਿ ਅੱਗੇ ਆਉਣ ਵਾਲੇ ਅਧਿਆਏ ਵਿੱਚ ਤੁਸੀਂ ਇਸ ਅਦਭੁਤ ਜਾਦੂਈ ਕਾਇਆ ਪਲਟ ਕਰ ਦੇਣ ਵਾਲੀ ਸ਼ਕਤੀ ਤੇ ਉਸ ਦੀ ਉਪਯੋਗਤਾ ਨੂੰ ਚੰਗੀ ਤਰ੍ਹਾਂ ਨਾਲ ਜਾਣ ਲਵੋ। ਇਹ ਮਾਨਸਿਕ ਤੇ ਸਰੀਰਕ ਸੱਟਾਂ ਦੇ ਘਾਹ ਨੂੰ ਭਰ ਦੇਵੇਗੀ, ਡਰੇ ਹੋਏ ਮਨ ਨੂੰ ਹੌਸਲਾ ਦੇਵੇਗੀ, ਤੁਹਾਨੂੰ ਗਰੀਬੀ, ਅਸਫਲਤਾ, ਦੁੱਖ, ਘਾਟ ਤੇ ਕੁੰਠਾ ਦੀ ਸੀਮਾਵਾਂ ਤੋਂ ਪੂਰੀ ਤਰ੍ਹਾਂ ਆਜ਼ਾਦ ਕਰ ਦੇਵੇਗੀ। ਤੁਹਾਨੂੰ ਤਾਂ ਬਸ ਮਾਨਸਿਕ ਤੇ ਭਾਵਨਾਤਮਕ ਤੌਰ ਤੇ ਉਸ ਚੰਗੀ ਚੀਜ਼ ਦੇ ਨਾਲ ਜੁੜਨਾ ਹੈ ਜਿਸ ਨੂੰ ਤੁਸੀਂ ਹਕੀਕਤ ਬਣਾਉਣਾ ਚਾਹੁੰਦੇ ਹੋ। ਤੁਹਾਡੇ ਅਵਚੇਤਨ ਮਨ ਦੀ ਰਚਨਾਤਮਕ ਸ਼ਕਤੀਆਂ ਇਸ ਦੇ ਅਨੁਸਾਰ ਪ੍ਰਤੀਕਿਰਿਆ ਕਰਨਗੀਆਂ। ਅੱਜ ਹੀ, ਹੁਣੇ ਹੀ ਸ਼ੁਰੂਆਤ ਕਰ ਦਿਓ। ਆਪਣੇ ਜੀਵਨ ਵਿੱਚ ਚਮਤਕਾਰ ਹੁੰਦਿਆਂ ਦੇਖੋ। ਇੰਜ ਉਦੋਂ ਤੱਕ ਕਰਦੇ ਰਹੋ ਜਦੋਂ ਤੱਕ ਕਿ ਸੂਰਜ ਨਾ ਨਿਕਲ ਆਵੇ ਤੇ ਹਨੇਰਾ ਦੂਰ ਨਾ ਹੋ ਜਾਵੇ। ਸੋ ਦੋਸਤੋ, ਇਹ ਸੀ ਕਿਤਾਬ ਦੇ ਬਾਰੇ ਕੁਝ ਜਾਣਕਾਰੀ ਕਿ ਰਾਈਟਰ ਨੇ ਇਹ ਕਿਤਾਬ ਕਿਉਂ ਲਿਖੀ, ਇਸ ਨਾਲ ਸਾਨੂੰ ਕੀ ਲਾਭ ਹੁੰਦਾ ਹੈ। ਤਾਂ ਹੁਣ ਗੱਲ ਕਰਦੇ ਹਾਂ ਕਿ ਇਸ ਵਿੱਚ ਜਿਹੜੀਆਂ ਸ਼ਕਤੀਆਂ, ਜਿਹੜੇ ਚਮਤਕਾਰ ਦੀ ਗੱਲ ਕੀਤੀ ਗਈ ਹੈ, ਉਸ ਨੂੰ ਅਸੀਂ ਕਿਵੇਂ ਬਾਹਰ ਲਿਆਉਣਾ ਹੈ, ਉਸ ਦਾ ਕਿਵੇਂ ਇਸਤੇਮਾਲ ਕਰ ਸਕਦੇ ਹਾਂ। ਤੁਹਾਡੇ ਅੰਦਰ ਬਹੁਤ ਵੱਡਾ ਖਜ਼ਾਨਾ ਹੈ। ਤੁਹਾਡੇ ਅੰਦਰ ਬਹੁਤ ਵੱਡਾ ਖਜ਼ਾਨਾ ਹੈ। ਉਸ ਨੂੰ ਹਾਸਲ ਕਰਨ ਲਈ ਤੁਹਾਨੂੰ ਬਸ ਆਪਣੇ ਮਨ ਦੀਆਂ ਅੱਖਾਂ ਖੋਲ੍ਹ ਕੇ ਉਸ ਨੂੰ ਦੇਖਣਾ ਹੀ ਹੈ। ਤੁਹਾਡੇ ਅੰਦਰ ਰਹਿਮਤਾਂ ਦਾ ਅਤੁੱਲ ਭੰਡਾਰ ਹੈ ਜਿਸ ਵਿੱਚੋਂ ਤੁਸੀਂ ਸੁਖਮਈ, ਸਮਰਿੱਧ ਤੇ ਆਨੰਦ ਭਰਪੂਰ ਜੀਵਨ ਜਿਉਣ ਲਈ ਲੋੜੀਂਦੀ ਹਰ ਚੀਜ਼ ਕੱਢ ਸਕਦੇ ਹੋ। ਕਈ ਲੋਕ ਆਪਣੀ ਸੰਭਾਵਨਾ ਨੂੰ ਇਸ ਲਈ ਨਹੀਂ ਜਾਣ ਪਾਉਂਦੇ ਕਿਉਂਕਿ ਉਹਨਾਂ ਨੂੰ ਆਪਣੇ ਅੰਦਰ ਮੌਜੂਦ ਅਸੀਮ ਗਿਆਨ ਤੇ ਆਨੰਦ ਪ੍ਰੇਮ ਦੇ ਭੰਡਾਰ ਦਾ ਪਤਾ ਹੀ ਨਹੀਂ ਹੁੰਦਾ। ਜਦ ਕਿ ਸੱਚ ਤਾਂ ਇਹ ਹੈ ਕਿ ਇਸ ਵਿੱਚੋਂ ਤੁਸੀਂ ਆਪਣੇ ਮਨਭਾਉਂਦੀ ਚੀਜ਼ ਕੱਢ ਸਕਦੇ ਹੋ। ਲੋਹੇ ਦਾ ਚੁੱਭਕੀ ਟੁਕੜਾ ਆਪਣੇ ਭਾਰ ਤੋਂ 12 ਗੁਣਾ ਜ਼ਿਆਦਾ ਵਜ਼ਨ ਚੁੱਕ ਸਕਦਾ ਹੈ, ਲੇਕਿਨ ਜਰਾ ਤੁਸੀਂ ਉਸ ਦੇ ਚੁੱਭਕੀ ਗੁਣ ਨੂੰ ਹਟਾ ਦਿਓ ਤਾਂ ਇਹ ਇੱਕ ਖੰਭ ਵੀ ਨਹੀਂ ਚੁੱਕ ਸਕਦਾ। ਇਸੇ ਤਰ੍ਹਾਂ ਲੋਕੀ ਵੀ ਦੋ ਤਰ੍ਹਾਂ ਦੇ ਹੁੰਦੇ ਹਨ। ਇੱਕ ਉਹ ਜਿਹੜੇ ਕਿ ਚੁੱਭਕੀ ਹੁੰਦੇ ਹਨ, ਉਹ ਆਤਮ ਵਿਸ਼ਵਾਸ ਤੇ ਆਸਥਾ ਨਾਲ ਭਰਪੂਰ ਹੁੰਦੇ ਹਨ। ਉਹ ਜਾਣਦੇ ਹਨ ਕਿ ਉਹ ਸਫਲ ਹੋਣ ਲਈ, ਜਿੱਤਣ ਲਈ ਹੀ ਪੈਦਾ ਹੋਏ ਹਨ। ਦੂਜੀ ਤਰ੍ਹਾਂ ਦੇ ਲੋਕ ਉਹ ਹੁੰਦੇ ਹਨ ਜਿਨ੍ਹਾਂ ਵਿੱਚ ਚੁੱਭਕੀ ਗੁਣ ਨਹੀਂ ਹੁੰਦੇ। ਉਹ ਬੜੀ ਤਾਦਾਦ ਵਿੱਚ ਹੁੰਦੇ ਹਨ। ਉਹ ਡਰ ਤੇ ਸ਼ੰਕਾਵਾਂ ਨਾਲ ਲਬਰੇਜ਼ ਹੁੰਦੇ ਹਨ। ਸਮਾਂ ਆਉਣ ਤੇ ਉਹ ਕਹਿੰਦੇ ਹਨ, ਜੇ ਮੈਂ ਸਫਲ ਨਹੀਂ ਹੋਇਆ ਤਾਂ ਕੀ ਹੋਵੇਗਾ? ਕਿਤੇ ਮੇਰਾ ਪੈਸਾ ਤਾਂ ਨਹੀਂ ਡੁੱਬ ਜਾਵੇਗਾ? ਲੋਕੀ ਮੇਰਾ ਹਾਸਾ ਉਡਾਉਣਗੇ। ਇਸ ਤਰ੍ਹਾਂ ਦੇ ਲੋਕ ਜ਼ਿੰਦਗੀ ਵਿੱਚ ਜ਼ਿਆਦਾ ਅੱਗੇ ਨਹੀਂ ਵੱਧ ਪਾਉਂਦੇ। ਉਹਨਾਂ ਦਾ ਡਰ ਉਹਨਾਂ ਨੂੰ ਉਸੇ ਥਾਂ ਉੱਤੇ ਰੋਕੇ ਰੱਖਦਾ ਹੈ ਜਿੱਥੇ ਉਹ ਹਨ। ਤੁਸੀਂ ਚੁੱਭਕੀ ਵਿਅਕਤੀ ਬਣ ਸਕਦੇ ਹੋ, ਬਸ਼ਰਤੇ ਤੁਸੀਂ ਇਤਿਹਾਸ ਦਾ ਸਭ ਤੋਂ ਵੱਡਾ ਰਹੱਸ ਸਮਝ ਲਓ ਅਤੇ ਉਸ ਉੱਤੇ ਅਮਲ ਕਰਨ ਲੱਗੋ। ਇਤਿਹਾਸ ਦਾ ਸਭ ਤੋਂ ਵੱਡਾ ਰਹੱਸ ਮੰਨ ਲਵੋ ਕੋਈ ਤੁਹਾਡੇ ਕੋਲੋਂ ਇਤਿਹਾਸ ਦਾ ਸਭ ਤੋਂ ਵੱਡਾ ਰਹੱਸ ਪੁੱਛੇ ਤਾਂ ਤੁਸੀਂ ਕੀ ਜਵਾਬ ਦਿਓਗੇ? ਪਰਮਾਣੂ ਊਰਜਾ, ਗ੍ਰਹਿਾਂ ਤੇ ਪੁੱਜੇ ਭਲਾੜੀਆਨ, ਬਲੈਕ ਹੋਲ? ਨਹੀਂ, ਇਹਨਾਂ ਵਿੱਚੋਂ ਕੁਝ ਨਹੀਂ। ਤਾਂ ਫਿਰ ਸਭ ਤੋਂ ਵੱਡਾ ਰਹੱਸ ਕੀ ਹੈ? ਇਨਸਾਨ ਇਸ ਨੂੰ ਕਿੱਥੇ ਲੱਭ ਸਕਦਾ ਹੈ? ਇਸ ਨੂੰ ਕਿਵੇਂ ਸਮਝਿਆ ਜਾ ਸਕਦਾ ਹੈ ਤੇ ਇਸ ਤੋਂ ਫਾਇਦਾ ਕਿਵੇਂ ਲਿਆ ਜਾ ਸਕਦਾ ਹੈ? ਜਵਾਬ ਬਹੁਤ ਸੌਖਾ ਹੈ। ਇਹ ਰਹੱਸ ਹੈ ਤੁਹਾਡੇ ਅਵਚੇਤਨ ਮਨ ਵਿੱਚ ਪ੍ਰਾਪਤ ਹੋਣ ਵਾਲੀ ਅਦਭੁਤ ਚਮਤਕਾਰੀ ਸ਼ਕਤੀ। ਇਹ ਉਹ ਅੰਤਲੀ ਜਗ੍ਹਾ ਹੈ ਜਿੱਥੇ ਜ਼ਿਆਦਾਤਰ ਲੋਕ ਇਸ ਦੀ ਭਾਲ ਕਰਦੇ ਹਨ। ਇਸੇ ਕਾਰਨ ਇਹ ਰਹੱਸ ਬਹੁਤ ਘੱਟ ਲੋਕਾਂ ਨੂੰ ਪਤਾ ਚੱਲ ਪਾਉਂਦਾ ਹੈ। ਤੁਹਾਡੇ ਅਵਚੇਤਨ ਮਨ ਦੀ ਅਦਭੁਤ ਸ਼ਕਤੀ। ਅਵਚੇਤਨ ਮਨ ਦੀ ਛੁਪੀ ਹੋਈ ਸ਼ਕਤੀ ਦਾ ਪ੍ਰਯੋਗ ਕਰਨਾ ਸਿੱਖ ਕੇ ਤੁਸੀਂ ਆਪਣੇ ਜੀਵਨ ਵਿੱਚ ਜ਼ਿਆਦਾ ਸ਼ਕਤੀ, ਦੌਲਤ, ਸਿਹਤ, ਖੁਸ਼ੀ ਤੇ ਆਨੰਦ ਪਾ ਸਕਦੇ ਹੋ। ਤੁਹਾਨੂੰ ਇਸ ਸ਼ਕਤੀ ਨੂੰ ਹਾਸਲ ਕਰਨ ਦੀ ਲੋੜ ਨਹੀਂ ਹੈ। ਇਹ ਤਾਂ ਤੁਹਾਡੇ ਵਿੱਚ ਪਹਿਲਾਂ ਤੋਂ ਹੀ ਹੈ। ਬਹਰਹਾਲ ਤੁਹਾਨੂੰ ਇਹ ਸਿੱਖਣਾ ਹੋਵੇਗਾ ਕਿ ਇਸ ਨੂੰ ਇਸਤੇਮਾਲ ਕਿਵੇਂ ਕੀਤਾ ਜਾਂਦਾ ਹੈ। ਤੁਹਾਨੂੰ ਇਸ ਨੂੰ ਸਮਝਣਾ ਹੀ ਹੋਵੇਗਾ ਤਾਂ ਕਿ ਤੁਸੀਂ ਆਪਣੇ ਜੀਵਨ ਦੇ ਸਾਰੇ ਪਹਿਲੂਆਂ ਵਿੱਚ ਇਸ ਦਾ ਪ੍ਰਯੋਗ ਕਰ ਸਕੋ। ਜੇਕਰ ਤੁਸੀਂ ਇਸ ਪੁਸਤਕ ਵਿੱਚ ਦਿੱਤੀਆਂ ਸੌਖੀਆਂ ਤਕਨੀਕਾਂ ਤੇ ਪ੍ਰਕਿਰਿਆਵਾਂ ਦਾ ਪਾਲਨ ਕਰੋਗੇ ਤਾਂ ਤੁਹਾਨੂੰ ਲੋੜੀਂਦੀ ਜਾਣਕਾਰੀ ਅਤੇ ਸਮਝ ਮਿਲ ਜਾਵੇਗੀ। ਇੱਕ ਨਵਾਂ ਪ੍ਰਕਾਸ਼ ਤੁਹਾਨੂੰ ਪ੍ਰੇਰਿਤ ਕਰੇਗਾ। ਤੁਸੀਂ ਇੱਕ ਨਵੀਂ ਸ਼ਕਤੀ ਉਤਪੰਨ ਕਰ ਸਕਦੇ ਹੋ ਜਿਸ ਦੀ ਬਦੌਲਤ ਤੁਸੀਂ ਆਪਣੀਆਂ ਸਾਰੀਆਂ ਆਸਾਵਾਂ ਤੇ ਸੁਪਨਿਆਂ ਨੂੰ ਸਾਕਾਰ ਕਰ ਸਕਦੇ ਹੋ। ਇਸੇ ਵਕਤ ਫੈਸਲਾ ਕਰ ਲਓ ਕਿ ਤੁਸੀਂ ਆਪਣੇ ਜੀਵਨ ਨੂੰ ਪਹਿਲਾਂ ਤੋਂ ਜ਼ਿਆਦਾ ਵਿਆਪਕ, ਮਹਾਨ, ਸਮਰਿੱਧ ਤੇ ਸ਼ਾਨਦਾਰ ਬਣਾਓਗੇ। ਤੁਹਾਡੇ ਅਵਚੇਤਨ ਦੀ ਡੂੰਘਾਈ ਵਿੱਚ ਸਾਰੀਆਂ ਲੋੜੀਂਦੀਆਂ ਚੀਜ਼ਾਂ ਬਾਰੇ ਅਸੀਮ ਗਿਆਨ, ਸ਼ਕਤੀ ਤੇ ਅਪੂਰਤੀ ਦਾ ਭੰਡਾਰ ਹੈ। ਤੁਹਾਡਾ ਅਵਚੇਤਨ ਮਨ ਇਸ ਗੱਲ ਦਾ ਇੰਤਜ਼ਾਰ ਕਰ ਰਿਹਾ ਹੈ ਕਿ ਤੁਸੀਂ ਇਸ ਨੂੰ ਵਿਕਸਿਤ ਕਰੋ ਅਤੇ ਅਭਿਵਿਅਕਤੀ ਦਿਓ। ਜੇਕਰ ਤੁਸੀਂ ਆਪਣੇ ਅਵਚੇਤਨ ਮਨ ਦੀ ਸਮਰੱਥਾ ਨੂੰ ਪਹਿਚਾਣ ਲਵੋ ਤਾਂ ਤੁਹਾਡੀਆਂ ਆਸਾਂ ਬਾਹਰੀ ਜਗਤ ਵਿੱਚ ਸਾਕਾਰ ਹੋ ਸਕਦੀਆਂ ਹਨ। ਜੇਕਰ ਤੁਸੀਂ ਖੁੱਲ੍ਹੇ ਦਿਮਾਗ ਦੇ ਅਤੇ ਗ੍ਰਹਿਣਸ਼ੀਲ ਹੋ ਤਾਂ ਤੁਹਾਡੇ ਅਵਚੇਤਨ ਮਨ ਵਿੱਚ ਮੌਜੂਦ ਅਸੀਮ ਗਿਆਨ ਤੁਹਾਨੂੰ ਹਰ ਉਹ ਚੀਜ਼ ਦੱਸ ਸਕਦਾ ਹੈ ਜਿਸ ਦੀ ਤੁਹਾਨੂੰ ਕਦੇ ਵੀ ਕਿਤੇ ਵੀ ਲੋੜ ਹੋਵੇ।
ਤੁਸੀਂ ਇੱਕ ਨਵਾਂ ਵਿਚਾਰ ਪਾ ਸਕਦੇ ਹੋ, ਨਵੀਂ ਕਾਢ ਕੱਢ ਸਕਦੇ ਹੋ, ਆਵਿਸ਼ਕਾਰ ਕਰ ਸਕਦੇ ਹੋ ਅਤੇ ਨਵੀਆਂ ਕਲਾਕ੍ਰਿਤੀਆਂ ਬਣਾ ਸਕਦੇ ਹੋ। ਤੁਹਾਡੇ ਅਵਚੇਤਨ ਦਾ ਅਸੀਮ ਗਿਆਨ ਤੁਹਾਨੂੰ ਅਚਰਜਪੂਰਨ ਨਵੀਆਂ ਜਾਣਕਾਰੀਆਂ ਦੇ ਸਕਦਾ ਹੈ। ਇਸ ਨੂੰ ਆਪਣੇ ਸਾਹਮਣੇ ਪ੍ਰਗਟ ਹੋਣ ਦਿਓ। ਇਹ ਤੁਹਾਡੇ ਜੀਵਨ ਵਿੱਚ ਆਦਰਸ਼ ਅਭਿਵਿਅਕਤੀ ਅਤੇ ਸਹੀ ਜਗ੍ਹਾ ਦਾ ਰਾਹ ਖੋਲ੍ਹ ਦੇਵੇਗਾ। ਤੁਹਾਡੇ ਅਵਚੇਤਨ ਮਨ ਦੀ ਸ਼ਕਤੀ ਦੇ ਨਾਲ ਤੁਸੀਂ ਆਪਣੇ ਜੀਵਨ ਸਾਥੀ ਨੂੰ ਆਪਣੇ ਵੱਲ ਆਕਰਸ਼ਿਤ ਕਰ ਸਕਦੇ ਹੋ। ਸਹੀ ਬਿਜ਼ਨਸ ਪਾਰਟਨਰ ਜਾਂ ਸਹਿਯੋਗੀ ਨੂੰ ਵੀ ਆਪਣੇ ਵੱਲ ਆਕਰਸ਼ਿਤ ਕਰ ਸਕਦੇ ਹੋ। ਇਹ ਤੁਹਾਨੂੰ ਦੌਲਤਮੰਦ ਬਣਨ ਦਾ ਰਾਹ ਦੱਸ ਸਕਦੀ ਹੈ। ਇਹ ਤੁਹਾਨੂੰ ਵਿੱਤੀ ਤੌਰ ਤੇ ਆਜ਼ਾਦ ਵੀ ਬਣਾ ਸਕਦੀ ਹੈ, ਤਾਂ ਜੋ ਤੁਸੀਂ ਆਪਣੀ ਦਿਲੀ ਇੱਛਾ ਅਨੁਸਾਰ ਬਣੋ, ਕਰੋ ਤੇ ਰਹੋ। ਵਿਚਾਰ, ਭਾਵਨਾ, ਸ਼ਕਤੀ, ਪ੍ਰਕਾਸ਼, ਪ੍ਰੇਮ ਅਤੇ ਸੁੰਦਰਤਾ ਦੇ ਇਸ ਆਂਤਰਿਕ ਜਗਤ ਨੂੰ ਲੱਭਣਾ ਤੁਹਾਡਾ ਬੁਨਿਆਦੀ ਅਧਿਕਾਰ ਹੈ। ਇਹ ਸ਼ਕਤੀਆਂ ਆਦਰਸ਼ ਲੇਕਿਨ ਬਹੁਤ ਸ਼ਕਤੀਸ਼ਾਲੀ ਹਨ। ਤੁਹਾਡੇ ਅਵਚੇਤਨ ਮਨ ਵਿੱਚ ਹਰ ਸਮੱਸਿਆ ਦਾ ਸਮਾਧਾਨ ਅਤੇ ਹਰ ਨਤੀਜੇ ਦਾ ਕਾਰਨ ਹੁੰਦਾ ਹੈ। ਜਦੋਂ ਤੁਸੀਂ ਇਹਨਾਂ ਛੁਪੀਆਂ ਹੋਈਆਂ ਸ਼ਕਤੀਆਂ ਦਾ ਪ੍ਰਯੋਗ ਕਰਨਾ ਸਿੱਖ ਲਵੋਗੇ ਤਾਂ ਤੁਹਾਨੂੰ ਬਹੁਲਤਾ, ਸੁਰੱਖਿਆ, ਖੁਸ਼ੀ ਅਤੇ ਨਿਯੰਤਰਣ ਵਧਾਉਣ ਵਾਸਤੇ ਲੋੜੀਂਦੀ ਸ਼ਕਤੀ ਤੇ ਬੁੱਧੀਮਾਨੀ ਮਿਲ ਜਾਵੇਗੀ। ਮੈਂ ਆਪ ਅਵਚੇਤਨ ਦੀ ਸ਼ਕਤੀ ਨੂੰ ਦੇਖਿਆ ਹੈ। ਇਸ ਦੀ ਸ਼ਕਤੀ ਨਾਲ ਮੈਂ ਆਪ ਅਪਾਹਿਜਾਂ ਨੂੰ ਪੂਰਨ ਸਿਹਤਮੰਦ ਹੁੰਦੇ ਦੇਖਿਆ ਹੈ। ਅਵਚੇਤਨ ਮਨ ਦੇ ਸਹਾਰੇ ਉਹਨਾਂ ਨੇ ਖੁਸ਼ੀ, ਸਿਹਤ ਅਤੇ ਆਨੰਦ ਦੀਆਂ ਭਾਵਨਾਵਾਂ ਨੂੰ ਹਕੀਕਤ ਵਿੱਚ ਬਦਲਿਆ ਹੈ। ਯਕੀਨਨ ਤੁਹਾਡੇ ਅਵਚੇਤਨ ਵਿੱਚ ਇਹੋ ਜਿਹੀ ਚਮਤਕਾਰੀ ਉਪਚਾਰਕ ਸ਼ਕਤੀ ਹੈ ਜਿਹੜੀ ਕਿ ਪਰੇਸ਼ਾਨ ਦਿਮਾਗ ਅਤੇ ਟੁੱਟੇ ਹੋਏ ਦਿਲ ਦਾ ਇਲਾਜ ਵੀ ਕਰ ਸਕਦੀ ਹੈ। ਇਹ ਤੁਹਾਡੇ ਮਸਤਿਸ਼ਕ ਦੀ ਜੇਲ੍ਹ ਦਾ ਦਰਵਾਜ਼ਾ ਖੋਲ੍ਹ ਕੇ ਤੁਹਾਨੂੰ ਆਜ਼ਾਦ ਕਰ ਸਕਦੀ ਹੈ। ਇਹ ਤੁਹਾਨੂੰ ਹਰ ਤਰ੍ਹਾਂ ਦੇ ਭੌਤਿਕ ਤੇ ਸਰੀਰਕ ਬੰਧਨਾਂ ਤੋਂ ਮੁਕਤ ਕਰ ਸਕਦੀ ਹੈ। ਕਾਰਜਕਾਰੀ ਆਧਾਰ ਦੀ ਲੋੜ। ਜੇਕਰ ਤੁਸੀਂ ਕਿਸੇ ਵੀ ਖੇਤਰ ਵਿੱਚ ਪ੍ਰਗਤੀ ਕਰਨਾ ਚਾਹੁੰਦੇ ਹੋ ਤਾਂ ਇਸ ਦੇ ਲਈ ਪਹਿਲਾਂ ਤੇ ਲੋੜੀਂਦਾ ਕਦਮ ਇਹ ਹੈ, ਤੁਹਾਨੂੰ ਇੱਕ ਸਦੀਵੀ ਕਾਰਜਕਾਰੀ ਆਧਾਰ ਦਾ ਪਤਾ ਲਾਉਣਾ ਹੋਵੇਗਾ। ਆਪਣੇ ਅਵਚੇਤਨ ਮਨ ਦੀ ਕਾਰਜਵਿਧੀ ਵਿੱਚ ਨਿਪੁੰਨ ਬਣਨ ਲਈ ਤੁਹਾਨੂੰ ਇਸ ਦੇ ਸਿਧਾਂਤਾਂ ਨੂੰ ਸਮਝਣਾ ਹੋਵੇਗਾ। ਉਦੋਂ ਹੀ ਤੁਸੀਂ ਇਸ ਦੀਆਂ ਸ਼ਕਤੀਆਂ ਦਾ ਇਸਤੇਮਾਲ ਕਰਨ ਸਮੇਂ ਜਾਣ ਪਾਓਗੇ ਕਿ ਤੁਹਾਨੂੰ ਕਿਹੜੇ ਨਤੀਜੇ ਮਿਲਣਗੇ। ਤੁਸੀਂ ਜਿਹੜੇ ਵਿਸ਼ੇਸ਼ ਨਿਸ਼ਾਨਿਆਂ ਨੂੰ ਹਾਸਲ ਕਰਨਾ ਚਾਹੁੰਦੇ ਹੋ ਉਹਨਾਂ ਨੂੰ ਤੁਸੀਂ ਇਹਨਾਂ ਸ਼ਕਤੀਆਂ ਦੀ ਮਦਦ ਨਾਲ ਸਾਕਾਰ ਕਰ ਸਕਦੇ ਹੋ। ਕਈ ਸਾਲਾਂ ਤੱਕ ਮੈਂ ਕੈਮਿਸਟ ਦਾ ਕੰਮ ਕੀਤਾ। ਆਪਣੇ ਸ਼ੁਰੂਆਤੀ ਦੌਰ ਵਿੱਚ ਮੈਂ ਸਿੱਖਿਆ ਕਿ ਜਦੋਂ ਤੁਸੀਂ ਹਾਈਡਰੋਜਨ ਦੇ 2 ਪਰਮਾਣੂਆਂ ਅਤੇ ਆਕਸੀਜਨ ਦੇ 1 ਪਰਮਾਣੂ ਨੂੰ ਮਿਲਾਉਂਦੇ ਹੋ ਤਾਂ ਨਤੀਜੇ ਵਜੋਂ ਹਮੇਸ਼ਾ ਪਾਣੀ ਹੁੰਦਾ ਹੈ। ਕਦੇ ਕਦਾਈ ਜਾਂ ਅਕਸਰ ਨਹੀਂ, ਹਮੇਸ਼ਾ। ਜਦੋਂ ਤੁਸੀਂ ਆਕਸੀਜਨ ਦੇ 1 ਪਰਮਾਣੂ ਅਤੇ ਕਾਰਬਨ ਦੇ 1 ਪਰਮਾਣੂ ਨੂੰ ਮਿਲਾਉਂਦੇ ਹੋ ਤਾਂ ਕਾਰਬਨ ਮੋਨੋਆਕਸਾਈਡ ਨਾਂ ਦੀ ਜ਼ਹਿਰੀਲੀ ਗੈਸ ਉਤਪੰਨ ਹੁੰਦੀ ਹੈ। ਲੇਕਿਨ ਜੇਕਰ ਤੁਸੀਂ ਆਕਸੀਜਨ ਦਾ ਇੱਕ ਹੋਰ ਪਰਮਾਣੂ ਜੋੜ ਦਿੰਦੇ ਹੋ ਤਾਂ ਤੁਹਾਨੂੰ ਕਾਰਬਨ ਡਾਈਆਕਸਾਈਡ ਮਿਲ ਜਾਂਦੀ ਹੈ, ਜਿਹੜੀ ਪ੍ਰਾਣੀਆਂ ਲਈ ਹਾਨੀ ਰਹਿਤ ਤੇ ਪੌਦਿਆਂ ਲਈ ਜੀਵਨਦਾਈ ਹੁੰਦੀ ਹੈ। ਇਹ ਸਦੀਵੀ ਅਤੇ ਨਾ ਬਦਲਣ ਵਾਲੇ ਤੱਤ ਹਨ। ਇਹਨਾਂ ਨੂੰ ਅਸੀਂ ਸਿਧਾਂਤ ਕਹਿੰਦੇ ਹਾਂ। ਕੰਮ ਕਰਨ ਦੀ ਦ੍ਰਿਸ਼ਟੀ ਨਾਲ ਤੁਹਾਡੇ ਅਵਚੇਤਨ ਮਨ ਦੇ ਸਿਧਾਂਤ ਕੈਮਿਸਟਰੀ, ਫਿਜ਼ਿਕਸ ਅਤੇ ਗਣਿਤ ਦੇ ਸਿਧਾਂਤਾਂ ਤੋਂ ਵੱਖਰੇ ਨਹੀਂ ਹਨ। ਜੇਕਰ ਤੁਸੀਂ ਰਸਾਇਣਕ ਜਾਂ ਭੌਤਿਕ ਸ਼ਕਤੀਆਂ ਦੇ ਪ੍ਰਯੋਗ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਹਨਾਂ ਖੇਤਰਾਂ ਦੇ ਸਿਧਾਂਤਾਂ ਨੂੰ ਸਿੱਖਣਾ ਹੋਵੇਗਾ। ਇਸੇ ਤਰ੍ਹਾਂ ਜੇਕਰ ਤੁਸੀਂ ਆਪਣੇ ਅਵਚੇਤਨ ਮਨ ਦੀ ਸ਼ਕਤੀ ਦਾ ਪ੍ਰਯੋਗ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਦੇ ਸਿਧਾਂਤਾਂ ਨੂੰ ਸਿੱਖਣਾ ਹੋਵੇਗਾ। ਆਮ ਤੌਰ ਤੇ ਇਸ ਸਿਧਾਂਤ ਨੂੰ ਸਾਰੇ ਸਵੀਕਾਰ ਕਰਦੇ ਹਨ ਕਿ ਪਾਣੀ ਆਪਣਾ ਸਤਰ ਆਪ ਲੱਭ ਲੈਂਦਾ ਹੈ। ਇਹ ਇੱਕ ਸਦੀਵੀ ਸਿਧਾਂਤ ਹੈ। ਇਹ ਹਰ ਜਗ੍ਹਾ, ਹਰ ਸਮਾਂ ਪਾਣੀ ਅਤੇ ਪਾਣੀ ਵਰਗੇ ਸਾਰੇ ਦਰਿਆਵਾਂ ਉੱਤੇ ਲਾਗੂ ਹੁੰਦਾ ਹੈ। ਪ੍ਰਾਚੀਨ ਮਿਸਰ ਦੇ ਲੋਕ ਇਸ ਸਿਧਾਂਤ ਨੂੰ ਜਾਣਦੇ ਸਨ। ਇਸ ਦਾ ਪ੍ਰਯੋਗ ਉਹਨਾਂ ਨੇ ਮਹਾਨ ਪਿਰਾਮਿਡਾਂ ਦੀ ਨੀਂਹ ਨੂੰ ਆਦਰਸ਼ ਰੂਪ ਵਿੱਚ ਸਮਤਲ ਬਣਾਉਣ ਵਿੱਚ ਕੀਤਾ ਸੀ। ਅੱਜ ਵੀ ਸਿੰਚਾਈ ਤੰਤਰ ਤੋਂ ਲੈ ਕੇ ਹਾਈਡਰੋ ਇਲੈਕਟ੍ਰਿਕ ਪਾਵਰ ਸਟੇਸ਼ਨ ਬਣਾਉਣ ਵੇਲੇ ਇੰਜੀਨੀਅਰ ਇਸ ਦਾ ਪ੍ਰਯੋਗ ਕਰਦੇ ਹਨ। ਜਾਂ ਇਹ ਸਿਧਾਂਤ ਲਓ, ਗਰਮ ਹੋਣ ਤੋਂ ਪਦਾਰਥ ਫੈਲਦਾ ਹੈ। ਇਹ ਹਰ ਜਗ੍ਹਾ, ਹਰ ਸਮੇਂ ਤੇ ਹਰ ਹਾਲਾਤ ਵਿੱਚ ਸੱਚ ਹੈ। ਜੇਕਰ ਤੁਸੀਂ ਸਟੀਲ ਦੇ ਟੁਕੜੇ ਨੂੰ ਗਰਮ ਕਰੋਗੇ ਤਾਂ ਇਹ ਫੈਲੇਗਾ, ਚਾਹੇ ਇਹ ਸਟੀਲ ਚੀਨ, ਇੰਗਲੈਂਡ, ਭਾਰਤ ਵਿੱਚ ਹੋਵੇ ਜਾਂ ਪ੍ਰਿਥਵੀ ਦਾ ਚੱਕਰ ਲਾ ਰਹੇ ਪੁਲਾੜੀਯਾਨ ਵਿੱਚ। ਗਰਮ ਹੋਣ ਤੇ ਪਦਾਰਥ ਫੈਲਦਾ ਹੈ। ਇਹ ਇੱਕ ਸਦੀਵੀ ਸੱਚ ਹੈ। ਇਹ ਵੀ ਇੱਕ ਸੱਚਾਈ ਹੈ ਕਿ ਤੁਸੀਂ ਆਪਣੇ ਅਵਚੇਤਨ ਮਨ ਉੱਤੇ ਜੋ ਛਾਪ ਛੱਡਦੇ ਹੋ ਉਹ ਹਾਲਾਤ, ਅਨੁਭਵ ਅਤੇ ਘਟਨਾ ਦੇ ਰੂਪ ਵਿੱਚ ਵਿਅਕਤ ਹੁੰਦੀ ਹੈ। ਤੁਹਾਡੀ ਪ੍ਰਾਰਥਨਾ ਦਾ ਜਵਾਬ ਮਿਲਦਾ ਹੈ ਕਿਉਂਕਿ ਤੁਹਾਡੇ ਅਵਚੇਤਨ ਮਨ ਦੀ ਸ਼ਕਤੀ ਦਾ ਸਿਧਾਂਤ ਹੈ। ਸਿਧਾਂਤ ਯਾਨੀ ਉਹ ਤਰੀਕਾ ਜਿਸ ਨਾਲ ਕੋਈ ਚੀਜ਼ ਕੰਮ ਕਰਦੀ ਹੈ। ਉਦਾਹਰਣ ਵਜੋਂ ਬਿਜਲੀ ਦਾ ਇੱਕ ਮਹੱਤਵਪੂਰਨ ਸਿਧਾਂਤ ਇਹ ਹੈ ਕਿ ਇਹ ਉੱਚ ਸਮਰੱਥਾ ਤੋਂ ਨਿਮਨ ਸਮਰੱਥਾ ਵੱਲ ਕੰਮ ਕਰਦੀ ਹੈ। ਜਦੋਂ ਤੁਸੀਂ ਬਲਬ ਚਾਲੂ ਕਰਦੇ ਹੋ ਜਾਂ
ਇਲੈਕਟ੍ਰਿਕ ਸਟੋਵ ਉੱਤੇ ਖਾਣਾ ਬਣਾਉਂਦੇ ਹੋ ਤਾਂ ਤੁਸੀਂ ਬਿਜਲੀ ਦੇ ਇਸ ਸਿਧਾਂਤ ਨੂੰ ਨਹੀਂ ਬਦਲਦੇ, ਤੁਸੀਂ ਇਸ ਸਿਧਾਂਤ ਦਾ ਲਾਹਾ ਲੈਂਦੇ ਹੋ। ਪ੍ਰਕਿਰਤੀ ਦੇ ਨਾਲ ਸਹਿਯੋਗ ਕਰਕੇ ਤੁਸੀਂ ਅਦਭੁਤ ਖੋਜਾਂ ਅਤੇ ਅਵਿਸ਼ਕਾਰਾਂ ਨੂੰ ਸਾਕਾਰ ਕਰ ਸਕਦੇ ਹੋ, ਜਿਹੜੇ ਮਨੁੱਖਤਾ ਨੂੰ ਅਨੰਤ ਤਰੀਕਿਆਂ ਨਾਲ ਸੁੱਖ ਪ੍ਰਦਾਨ ਕਰਦੇ ਹਨ। ਤੁਹਾਡਾ ਅਵਚੇਤਨ ਮਨ ਸਿਧਾਂਤ ਹੈ। ਇਹ ਵਿਸ਼ਵਾਸ ਦੇ ਨਿਯਮ ਉੱਤੇ ਕੰਮ ਕਰਦਾ ਹੈ। ਤੁਹਾਨੂੰ ਜਾਣਨਾ ਹੋਵੇਗਾ ਕਿ ਵਿਸ਼ਵਾਸ ਕੀ ਹੈ, ਇਹ ਕਿਉਂ ਤੇ ਕਿਵੇਂ ਕੰਮ ਕਰਦਾ ਹੈ। ਬਾਈਬਲ ਸੌਖੇ, ਸਪਸ਼ਟ ਅਤੇ ਸੁੰਦਰ ਤਰੀਕੇ ਨਾਲ ਦੱਸਦੀ ਹੈ ਕਿ ਜੋ ਵੀ ਇਸ ਪਹਾੜ ਨੂੰ ਕਹੇਗਾ ਤੁਸੀਂ ਹਟ ਜਾਓ, ਸਮੁੰਦਰ ਵਿੱਚ ਚਲੇ ਜਾਓ, ਉਹ ਆਪਣੇ ਦਿਲ ਵਿੱਚ ਸ਼ੰਕਾ ਨਹੀਂ ਕਰੇਗਾ, ਬਲਕਿ ਵਿਸ਼ਵਾਸ ਰੱਖੇਗਾ ਕਿ ਜੋ ਉਹ ਕਹਿੰਦਾ ਹੈ ਅਵश्य ਹੋਵੇਗਾ, ਤਾਂ ਉਹ ਜੋ ਕਹੇਗਾ ਉਹ ਅਵश्य ਹੋਵੇਗਾ। ਯਾਨੀ ਦੋਸਤੋ ਇੱਥੇ ਇਹ ਕਿਹਾ ਗਿਆ ਹੈ ਕਿ ਜਦੋਂ ਕੋਈ ਵਿਸ਼ਵਾਸ ਕਰਕੇ ਕਿਸੇ ਪਹਾੜ ਨੂੰ ਵੀ ਕਹੇਗਾ ਕਿ ਤੁਸੀਂ ਇੱਥੋਂ ਹਟ ਜਾਓ ਤੇ ਸਮੁੰਦਰ ਵਿੱਚ ਚਲੇ ਜਾਓ, ਤੇ ਜੇ ਉਸ ਨੂੰ ਪੂਰਾ ਵਿਸ਼ਵਾਸ ਹੋਵੇਗਾ, ਜਰਾ ਜਿੰਨੀ ਵੀ ਸ਼ੰਕਾ ਨਹੀਂ ਹੋਵੇਗੀ ਉਹਦੇ ਦਿਲ ਵਿੱਚ, ਤਾਂ ਉਹੀ ਹੋਵੇਗਾ ਜੋ ਉਹ ਕਹਿ ਰਿਹਾ ਹੈ। ਯਾਨੀ ਪਹਾੜ ਸੱਚਮੁੱਚ ਉੱਥੋਂ ਹਟ ਜਾਵੇਗਾ ਤੇ ਸਮੁੰਦਰ ਵਿੱਚ ਚਲਾ ਜਾਵੇਗਾ। ਤੁਹਾਡੇ ਮਨ ਦਾ ਨਿਯਮ ਵਿਸ਼ਵਾਸ ਦਾ ਨਿਯਮ ਹੈ। ਇਸ ਦਾ ਮਤਲਬ ਹੈ ਤੁਹਾਡੇ ਮਨ ਦੀ ਕਾਰਜਵਿਧੀ ਵਿੱਚ ਵਿਸ਼ਵਾਸ ਕਰਨਾ, ਆਪਣੇ ਵਿਸ਼ਵਾਸ ਤੇ ਵਿਸ਼ਵਾਸ ਕਰਨਾ। ਆਪਣੇ ਮਨ ਦਾ ਵਿਸ਼ਵਾਸ ਹੋਰ ਕੁਝ ਨਹੀਂ, ਤੁਹਾਡੇ ਮਸਤਿਸ਼ਕ ਦਾ ਵਿਚਾਰ ਹੈ। ਤੁਹਾਡਾ ਅਵਚੇਤਨ ਮਨ ਤੁਹਾਡੇ ਵਿਚਾਰਾਂ ਉੱਤੇ ਪ੍ਰਤੀਕਿਰਿਆ ਕਰਦਾ ਹੈ ਅਤੇ ਉਹਨਾਂ ਦੇ ਅਨੁਰੂਪ ਅਨੁਭਵਾਂ, ਕਾਰਜਾਂ, ਘਟਨਾਵਾਂ ਅਤੇ ਹਾਲਾਤਾਂ ਨੂੰ ਉਤਪੰਨ ਕਰ ਦਿੰਦਾ ਹੈ। ਯਾਦ ਰੱਖੋ, ਤੁਹਾਨੂੰ ਸਫਲਤਾ ਉਸ ਚੀਜ਼ ਦੇ ਕਾਰਨ ਨਹੀਂ ਮਿਲਦੀ ਜਿਸ ਵਿੱਚ ਤੁਸੀਂ ਵਿਸ਼ਵਾਸ ਕਰਦੇ ਹੋ। ਸਫਲਤਾ ਤਾਂ ਮਨ ਦੇ ਵਿਸ਼ਵਾਸ ਕਾਰਨ ਮਿਲਦੀ ਹੈ। ਮਾਨਵ ਜਾਤੀ ਨੂੰ ਜਗੜਨ ਵਾਲੇ ਝੂਠ ਵਿਸ਼ਵਾਸਾਂ, ਸਲਾਹਾਂ, ਅੰਧ ਵਿਸ਼ਵਾਸਾਂ ਅਤੇ ਡਰ ਨੂੰ ਸਵੀਕਾਰ ਕਰਨਾ ਬੰਦ ਕਰ ਦਿਓ। ਸਦੀਵੀ ਸੱਚ ਅਤੇ ਜੀਵਨ ਦੀ ਉਹਨਾਂ ਸੱਚਾਈਆਂ ਉੱਤੇ ਵਿਸ਼ਵਾਸ ਕਰਨਾ ਸ਼ੁਰੂ ਕਰ ਦਿਓ ਜਿਹੜੇ ਕਦੇ ਵੀ ਨਹੀਂ ਬਦਲਦੇ। ਇਸ ਮੋੜ ਤੇ ਪਹੁੰਚਣ ਤੋਂ ਬਾਅਦ ਤੁਸੀਂ ਅੱਗੇ, ਉੱਪਰ ਅਤੇ ਈਸ਼ਵਰ ਵੱਲ ਵਧਣ ਲੱਗੋਗੇ। ਜਿਹੜੇ ਲੋਕ ਇਸ ਪੁਸਤਕ ਨੂੰ ਪੜ੍ਹਨਗੇ ਅਤੇ ਅਵਚੇਤਨ ਮਨ ਦੇ ਸਿਧਾਂਤਾਂ ਉੱਤੇ ਆਸਥਾ ਦੇ ਨਾਲ ਅਮਲ ਕਰਨਗੇ, ਉਹ ਵਿਗਿਆਨਕ ਅਤੇ ਕਾਰਗਰ ਪ੍ਰਾਰਥਨਾ ਕਰਨ ਦੀ ਕਾਬਲੀਅਤ ਹਾਸਲ ਕਰਨਗੇ, ਆਪਣੇ ਲਈ ਵੀ ਅਤੇ ਹੋਰਾਂ ਲਈ ਵੀ। ਤੁਹਾਡੀ ਪ੍ਰਾਰਥਨਾ ਦਾ ਜਵਾਬ ਕਿਰਿਆ ਅਤੇ ਪ੍ਰਤੀਕਿਰਿਆ ਦੇ ਸਦੀਵੀ ਨਿਯਮ ਦੇ ਅਨੁਸਾਰ ਹੀ ਮਿਲਦਾ ਹੈ। ਵਿਚਾਰ ਅੰਤਰੀਵ ਕਿਰਿਆ ਹੈ, ਪ੍ਰਤੀਕਿਰਿਆ ਤੁਹਾਡੇ ਅਵਚੇਤਨ ਮਨ ਦਾ ਉਹ ਜਵਾਬ ਹੈ ਜਿਹੜਾ ਕਿ ਤੁਹਾਡੇ ਵਿਚਾਰ ਦੀ ਪ੍ਰਵਿਰਤੀ ਨਾਲ ਮੇਲ ਖਾਂਦਾ ਹੈ। ਆਪਣੇ ਮਨ ਨੂੰ ਸਿਹਤਮੰਦ, ਸੁੱਖ, ਸ਼ਾਂਤੀ ਅਤੇ ਇਕਸਾਰਤਾ ਦੇ ਸੰਕਲਪਾਂ ਨਾਲ ਭਰ ਦਿਓ। ਤੁਹਾਡੇ ਜੀਵਨ ਵਿੱਚ ਚਮਤਕਾਰ ਹੋਣ ਲੱਗਣਗੇ। ਦੋ ਮਸਤਿਸ਼ਕ। ਤੁਹਾਡਾ ਮਸਤਿਸ਼ਕ ਇੱਕ ਹੈ, ਲੇਕਿਨ ਇਸ ਦੇ ਦੋ ਸਪਸ਼ਟ ਅਤੇ ਖਾਸ ਕਾਰਜਕਾਰੀ ਹਿੱਸੇ ਹਨ। ਇਹਨਾਂ ਦੋਨਾਂ ਦਾ ਕਾਰਜ ਵੰਡ ਮਸਤਿਸ਼ਕ ਦੇ ਸਾਰੇ ਵਿਦਿਆਰਥੀਆਂ ਨੂੰ ਚੰਗੀ ਤਰ੍ਹਾਂ ਪਤਾ ਹੈ। ਤੁਹਾਡੇ ਮਸਤਿਸ਼ਕ ਦੇ ਇਹ ਦੋਵੇਂ ਹਿੱਸੇ ਇੱਕ ਦੂਜੇ ਤੋਂ ਅਸੂਲਨ ਵੱਖਰੇ ਹਨ। ਇਹਨਾਂ ਦੋਨਾਂ ਦੇ ਆਪਣੇ ਖਾਸ ਗੁਣ ਅਤੇ ਸ਼ਕਤੀਆਂ ਹਨ ਜਿਹੜੀਆਂ ਕਿ ਇੱਕ ਦੂਜੇ ਤੋਂ ਵੱਖਰੀਆਂ ਹਨ। ਚੇਤਨ ਅਤੇ ਅਵਚੇਤਨ ਮਨ। ਤੁਹਾਡੇ ਮਸਤਿਸ਼ਕ ਦੇ ਦੋ ਤਰਫਾ ਕਾਰਜਾਂ ਨੂੰ ਜਾਣਨ ਦਾ ਇੱਕ ਅਦਭੁਤ ਤਰੀਕਾ ਹੈ ਕਿ ਤੁਸੀਂ ਇਸ ਨੂੰ ਬਗੀਚਾ ਮੰਨ ਲਵੋ। ਤੁਸੀਂ ਮਾਲੀ ਹੋ। ਤੁਸੀਂ ਆਪਣੇ ਅਵਚੇਤਨ ਮਨ ਵਿੱਚ ਹਰ ਦਿਨ ਵਿਚਾਰ ਦੇ ਬੀਜ ਬੋ ਰਹੇ ਹੋ। ਜ਼ਿਆਦਾਤਰ ਸਮਾਂ ਤੁਹਾਨੂੰ ਇਹ ਅਹਿਸਾਸ ਹੀ ਨਹੀਂ ਹੁੰਦਾ ਕਿ ਤੁਸੀਂ ਇੰਜ ਕਰ ਰਹੇ ਹੋ, ਕਿਉਂਕਿ ਬੀਜ ਤੁਹਾਡੀ ਆਦਤਨ ਸੋਚ ਤੇ ਆਧਾਰਿਤ ਹੁੰਦਾ ਹੈ। ਜਿਹੋ ਜਿਹਾ ਤੁਸੀਂ ਆਪਣੇ ਅਵਚੇਤਨ ਮਨ ਵਿੱਚ ਬੀਜਦੇ ਹੋ, ਤੁਹਾਨੂੰ ਆਪਣੇ ਸਰੀਰ ਤੇ ਹਾਲਾਤਾਂ ਵਿੱਚ ਉਹੋ ਜਿਹੀ ਫਸਲ ਕੱਟਣੀ ਪੈਂਦੀ ਹੈ। ਕਲਪਨਾ ਕਰੋ ਕਿ ਤੁਹਾਡਾ ਅਵਚੇਤਨ ਮਨ ਉਪਜਾਊ ਮਿੱਟੀ ਹੈ, ਜਿਹੜਾ ਕਿ ਸਾਰੀ ਤਰ੍ਹਾਂ ਦੇ ਬੀਜਾਂ ਨੂੰ ਪੁੰਗਰਨ ਵਿੱਚ ਮਦਦ ਕਰੇਗੀ, ਚਾਹੇ ਉਹ ਚੰਗੇ ਹੋਣ ਤੇ ਚਾਹੇ ਮਾੜੇ ਹੋਣ। ਜੇਕਰ ਤੁਸੀਂ ਕੰਡੇ ਬੀਜਦੇ ਹੋ ਤਾਂ ਕੀ ਤੁਹਾਨੂੰ ਅੰਗੂਰ ਮਿਲ ਸਕਦੇ ਹਨ? ਜੇਕਰ ਤੁਸੀਂ ਕੰਡਿਆਲੀ ਝਾੜੀਆਂ ਬੀਜਦੇ ਹੋ ਤਾਂ ਕੀ ਤੁਹਾਨੂੰ ਅੰਜੀਰ ਦੀ ਫਸਲ ਮਿਲ ਸਕਦੀ ਹੈ? ਹਰ ਵਿਚਾਰ ਇੱਕ ਕਾਰਨ ਹੈ ਅਤੇ ਹਰ ਹਾਲਾਤ ਇੱਕ ਨਤੀਜਾ ਹੈ। ਇਹਨਾਂ ਕਾਰਨਾਂ ਕਰਕੇ ਇਹ ਲਾਜ਼ਮੀ ਹੈ ਕਿ ਤੁਸੀਂ ਆਪਣੇ ਵਿਚਾਰਾਂ ਤੇ ਕਾਬੂ ਰੱਖੋ। ਸਿਰਫ ਇਸੇ ਤਰ੍ਹਾਂ ਹੀ ਇੱਛਤ ਹਾਲਾਤ ਮਿਲ ਸਕਦੇ ਹਨ। ਇਸ ਵੇਲੇ ਸ਼ਾਂਤੀ, ਖੁਸ਼ੀ, ਸਹੀ ਕੰਮ, ਸਦਭਾਵਨਾ ਤੇ ਸਮਰਿੱਧੀ ਦੇ ਵਿਚਾਰਾਂ ਦੇ ਬੀਜ ਬੀਜਣੇ ਸ਼ੁਰੂ ਕਰ ਦਿਓ। ਸ਼ਾਂਤੀ ਅਤੇ ਵਿਸ਼ਵਾਸ ਨਾਲ ਇਹਨਾਂ ਚੀਜ਼ਾਂ ਬਾਰੇ ਸੋਚੋ। ਆਪਣੇ ਚੇਤਨ ਤਾਰਕਿਕ ਮਨ ਵਿੱਚ ਇਹਨਾਂ ਨੂੰ ਪੂਰੀ ਤਰ੍ਹਾਂ ਸਵੀਕਾਰ ਕਰੋ। ਇਹਨਾਂ ਅਦਭੁਤ ਵਿਚਾਰ ਬੀਜਾਂ ਨੂੰ ਆਪਣੇ ਮਸਤਿਸ਼ਕ ਦੇ ਬਗੀਚੇ ਵਿੱਚ ਬੀਜਦੇ ਰਹੋ। ਤੁਹਾਨੂੰ ਬਹੁਤ ਵਧੀਆ ਫਸਲ ਪ੍ਰਾਪਤ ਹੋਵੇਗੀ ਜਦ ਤੁਹਾਡਾ ਮਸਤਿਸ਼ਕ ਸਹੀ ਤਰੀਕੇ ਨਾਲ ਸੋਚਦਾ ਹੈ। ਜਦੋਂ ਤੁਸੀਂ ਸੱਚਾਈ ਸਮਝ ਲੈਂਦੇ ਹੋ, ਜਦੋਂ ਤੁਹਾਡੇ ਅਵਚੇਤਨ ਮਨ ਤੱਕ ਪੁੱਜੇ ਵਿਚਾਰ ਸਿਰਜਣਾਤਮਕ, ਸਦਭਾਵਨਾਪੂਰਨ ਅਤੇ ਸ਼ਾਂਤੀਪੂਰਨ ਹੁੰਦੇ ਹਨ, ਤਾਂ ਤੁਹਾਡੇ ਅਵਚੇਤਨ ਦੀ ਜਾਦੂਈ ਕਾਰਜਕਾਰੀ ਸ਼ਕਤੀ ਪ੍ਰਤੀਕਿਰਿਆ ਕਰੇਗੀ। ਇਹ ਉਸ ਵਿਚਾਰ ਲਈ ਲੋੜੀਂਦੇ ਹਾਲਾਤ ਅਤੇ ਠੀਕ ਮਾਹੌਲ ਦੀ ਉਸਾਰੀ ਕਰ ਦੇਵੇਗੀ।
ਆਪਣੀ ਵਿਚਾਰ ਪ੍ਰਕਿਰਿਆਵਾਂ ਨੂੰ ਕਾਬੂ ਕਰਨ ਤੋਂ ਬਾਅਦ ਤੁਸੀਂ ਕਿਸੇ ਵੀ ਸਮੱਸਿਆ ਜਾਂ ਮੁਸ਼ਕਲ ਵਿੱਚ ਆਪਣੇ ਅਵਚੇਤਨ ਮਨ ਦੀ ਸ਼ਕਤੀ ਦਾ ਪ੍ਰਯੋਗ ਕਰ ਸਕਦੇ ਹੋ। ਅਸਲ ਵਿੱਚ ਤੁਸੀਂ ਜਾਣਦੇ ਬੁੱਝਦੇ ਹੋਏ ਉਸ ਅਸੀਮ ਸ਼ਕਤੀ ਅਤੇ ਅਟੁੱਟ ਨਿਯਮਾਂ ਦੇ ਨਾਲ ਸਹਿਯੋਗ ਕਰ ਰਹੇ ਹੋ ਜਿਹੜੇ ਸਾਰੇ ਚੀਜ਼ਾਂ ਤੇ ਲਾਗੂ ਹੁੰਦੇ ਹਨ। ਆਪਣੇ ਚਾਰੇ ਪਾਸੇ ਦੇਖੋ, ਤੁਸੀਂ ਚਾਹੇ ਜਿੱਥੇ ਰਹਿੰਦੇ ਹੋ, ਤੁਹਾਡੀ ਸਮਾਜਿਕ ਸਥਿਤੀ ਭਾਵੇਂ ਕਿਹੋ ਜਿਹੀ ਵੀ ਹੋਵੇ, ਤੁਸੀਂ ਦੇਖੋਗੇ ਕਿ ਜ਼ਿਆਦਾਤਰ ਲੋਕ ਬਾਹਰਲੀ ਦੁਨੀਆ ਵਿੱਚ ਜਿਉਂਦੇ ਹਨ। ਬਹਰਹਾਲ ਜਿਹੜੇ ਜ਼ਿਆਦਾ ਗਿਆਨੀ ਲੋਕ ਹੁੰਦੇ ਹਨ ਉਹ ਆਪਣੀ ਅੰਦਰਲੀ ਦੁਨੀਆ ਵਿੱਚ ਜਿਉਂਦੇ ਹਨ। ਉਹਨਾਂ ਨੂੰ ਇਹ ਅਹਿਸਾਸ ਹੈ, ਜਿਹੜਾ ਤੁਹਾਡਾ ਵੀ ਹੋਵੇਗਾ, ਕਿ ਅੰਦਰਲੀ ਦੁਨੀਆ ਤੋਂ ਹੀ ਬਾਹਰਲੀ ਦੁਨੀਆ ਉਤਪੰਨ ਹੁੰਦੀ ਹੈ। ਤੁਹਾਡੇ ਵਿਚਾਰ, ਭਾਵਨਾਵਾਂ ਅਤੇ ਸੁਪਨੇ ਤੁਹਾਡੇ ਅਨੁਭਵ ਦੇ ਜਨਕ ਹਨ। ਆਂਤਰਿਕ ਮਨ ਹੀ ਇੱਕਮਾਤਰ ਰਚਨਾਤਮਕ ਸ਼ਕਤੀ ਹੈ। ਬਾਹਰਲੇ ਸੰਸਾਰ ਵਿੱਚ ਤੁਹਾਨੂੰ ਜਿੰਨੀਆਂ ਵੀ ਚੀਜ਼ਾਂ ਮਿਲਦੀਆਂ ਹਨ ਉਹ ਸਾਰੀਆਂ ਆਪਣੇ ਆਪਣੇ ਮਨ ਦੇ ਅੰਦਰੂਨੀ ਸੰਸਾਰ ਵਿੱਚ ਉਤਪੰਨ ਕੀਤੀਆਂ ਹੋਈਆਂ ਹਨ, ਭਾਵੇਂ ਤੁਸੀਂ ਇਹ ਕੰਮ ਚੇਤਨ ਤੌਰ ਤੇ ਕੀਤਾ ਹੋਵੇ ਜਾਂ ਅਚੇਤਨ ਤੌਰ ਤੇ। ਜਦ ਤੁਸੀਂ ਆਪਣੇ ਚੇਤਨ ਅਤੇ ਅਵਚੇਤਨ ਮਨ ਦੀ ਆਪਸੀ ਕਾਰਜਵਿਧੀ ਦੇ ਬਾਰੇ ਸੱਚਾਈ ਜਾਣ ਲਵੋਗੇ ਤਾਂ ਤੁਸੀਂ ਜੀਵਨ ਦੀ ਕਾਇਆ ਪਲਟ ਕਰਨ ਵਿੱਚ ਕਾਮਯਾਬ ਹੋ ਜਾਵੋਗੇ। ਜੇਕਰ ਤੁਸੀਂ ਬਾਹਰਲੀ ਸਥਿਤੀਆਂ ਨੂੰ ਬਦਲਣਾ ਚਾਹੁੰਦੇ ਹੋ ਤਾਂ ਤੁਹਾਨੂੰ ਉਹਨਾਂ ਦੇ ਕਾਰਨਾਂ ਨੂੰ ਬਦਲਣਾ ਹੋਵੇਗਾ। ਜ਼ਿਆਦਾਤਰ ਲੋਕ ਪਰਿਸਥਿਤੀਆਂ ਅਤੇ ਸਥਿਤੀਆਂ ਨਾਲ ਸੰਘਰਸ਼ ਕਰਕੇ ਉਹਨਾਂ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹਨ। ਇਹ ਸਮਾਂ ਤੇ ਮਿਹਨਤ ਦੀ ਭਿਅੰਕਰ ਬਰਬਾਦੀ ਹੈ। ਉਹ ਇਹ ਨਹੀਂ ਦੇਖ ਪਾਉਂਦੇ ਕਿ ਇਹ ਸਥਿਤੀਆਂ ਅਤੇ ਹਾਲਾਤ ਕਿੰਨਾਂ ਕਾਰਨਾਂ ਤੋਂ ਉਤਪੰਨ ਹੋਏ ਹਨ। ਆਪਣੇ ਜੀਵਨ ਨਾਲ ਮਨ ਮੁਟਾਅ, ਦੁਚਿੱਤੀ, ਘਾਟ ਅਤੇ ਸੀਮਾ ਨੂੰ ਦੂਰ ਕਰਨ ਲਈ ਤੁਹਾਨੂੰ ਉਸ ਦੇ ਮੂਲ ਕਾਰਨ ਨੂੰ ਦੂਰ ਕਰਨਾ ਹੋਵੇਗਾ। ਕਾਰਨ ਹੈ ਉਹ ਤਰੀਕਾ, ਉਹ ਢੰਗ ਜਿਸ ਨਾਲ ਤੁਸੀਂ ਇਸ ਨੂੰ ਭਰਦੇ ਹੋ। ਕਾਰਨਾਂ ਨੂੰ ਬਦਲ ਦਿਓ, ਨਤੀਜੇ ਆਪਣੇ ਆਪ ਬਦਲ ਜਾਣਗੇ। ਇਹ ਇੰਨਾ ਹੀ ਸੌਖਾ ਹੈ। ਅਸੀਂ ਸਾਰੇ ਅਸੀਮ ਦੌਲਤ ਦੇ ਅਥਾਹ ਸਮੁੰਦਰ ਵਿੱਚ ਰਹਿੰਦੇ ਹਾਂ। ਤੁਹਾਡਾ ਅਵਚੇਤਨ ਮਨ ਤੁਹਾਡੇ ਚੇਤਨ ਵਿਚਾਰਾਂ ਪ੍ਰਤੀ ਬੜਾ ਸੰਵੇਦਨਸ਼ੀਲ ਹੁੰਦਾ ਹੈ। ਇਹ ਚੇਤਨ ਵਿਚਾਰ ਸਾਂਚੇ ਵਾਂਗ ਕੰਮ ਕਰਦੇ ਹਨ, ਜਿਨ੍ਹਾਂ ਵਿੱਚੋਂ ਤੁਹਾਡੇ ਅਵਚੇਤਨ ਦਾ ਅਸੀਮ ਗਿਆਨ, ਬੁੱਧੀ, ਜੀਵਨ ਸ਼ਕਤੀ ਅਤੇ ਊਰਜਾ ਪ੍ਰਵਾਹਿਤ ਹੁੰਦੀ ਹੈ। ਜੇਕਰ ਤੁਸੀਂ ਸਾਂਚੇ ਨੂੰ ਜ਼ਿਆਦਾ ਸਕਾਰਾਤਮਕ ਬਣਾ ਦਿਓ ਤਾਂ ਤੁਹਾਨੂੰ ਇਸ ਅਸੀਮ ਊਰਜਾ ਤੋਂ ਜ਼ਿਆਦਾ ਮੁਨਾਫਾ ਮਿਲ ਸਕਦਾ ਹੈ। ਇਸ ਪੁਸਤਕ ਦਾ ਹਰ ਅਧਿਆਇ ਸੱਚੇ ਤੇ ਪ੍ਰਸੰਗਕ ਉਦਾਹਰਣ ਦੇ ਕੇ ਦੱਸਦਾ ਹੈ ਕਿ ਤੁਸੀਂ ਅਵਚੇਤਨ ਮਨ ਦੇ ਨਿਯਮਾਂ ਨੂੰ ਕਿਸ ਤਰ੍ਹਾਂ ਲਾਗੂ ਕਰ ਸਕਦੇ ਹੋ। ਜਦ ਤੁਸੀਂ ਇਹਨਾਂ ਤਕਨੀਕਾਂ ਦਾ ਪ੍ਰਯੋਗ ਕਰਨਾ ਸਿੱਖ ਲਵੋਗੇ ਤਾਂ ਤੁਸੀਂ ਗਰੀਬੀ ਦੀ ਬਜਾਏ ਅਮੀਰੀ, ਅੰਧ ਵਿਸ਼ਵਾਸ ਅਤੇ ਅਗਿਆਨ ਦੀ ਬਜਾਏ ਬੁੱਧੀਮਾਨੀ, ਆਂਤਰਿਕ ਸੰਘਰਸ਼ ਦੀ ਬਜਾਏ ਸ਼ਾਂਤੀ, ਅਸਫਲਤਾ ਦੀ ਥਾਂ ਸਫਲਤਾ, ਦੁੱਖ ਦੀ ਜਗ੍ਹਾ ਖੁਸ਼ੀ, ਹਨੇਰੇ ਦੀ ਥਾਂ ਪ੍ਰਕਾਸ਼, ਮਤਭੇਦ ਦੀ ਥਾਂ ਸਦਭਾਵ, ਡਰ ਦੀ ਬਜਾਏ ਆਤਮ ਵਿਸ਼ਵਾਸ ਅਤੇ ਆਸਥਾ ਦਾ ਅਨੁਭਵ ਕਰਨ ਲੱਗੋਗੇ। ਕੀ ਇਹਨਾਂ ਤੋਂ ਅਦਭੁਤ ਵਰਦਾਨ ਹੋ ਸਕਦੇ ਹਨ? ਜ਼ਿਆਦਾਤਰ ਮਹਾਨ ਵਿਗਿਆਨਕਾਂ, ਕਲਾਕਾਰਾਂ, ਕਵੀਆਂ, ਗਾਇਕਾਂ, ਲੇਖਕਾਂ ਅਤੇ ਆਵਿਸ਼ਕਾਰਕਾਂ ਨੂੰ ਚੇਤਨ ਅਤੇ ਅਵਚੇਤਨ ਮਨ ਦੀ ਕਾਰਜਵਿਧੀ ਦੀ ਡੂੰਘੀ ਸਮਝ ਸੀ। ਇਸੇ ਕਰਕੇ ਉਹਨਾਂ ਨੂੰ ਆਪਣੇ ਨਿਸ਼ਾਨੇ ਹਾਸਲ ਕਰਨ ਦੀ ਸ਼ਕਤੀ ਮਿਲੀ। ਇੱਕ ਵਾਰ ਮਹਾਨ ਆਪੇਰਾ ਗਾਇਕ ਐਨਰੀਕੋ ਕਰੂਸੋ ਸਟੇਜ ਉੱਤੇ ਜਾਣ ਤੋਂ ਘਬਰਾ ਰਹੇ ਸਨ। ਡਰ ਦੇ ਮਾਰੇ ਉਹਨਾਂ ਦੇ ਸੰਘ ਦੀਆਂ ਮਾਸਪੇਸ਼ੀਆਂ ਆਕੜ ਗਈਆਂ ਸਨ। ਇੰਜ ਲੱਗ ਰਿਹਾ ਸੀ ਕਿ ਜਿਵੇਂ ਉਹਨਾਂ ਦੇ ਵਾਕ ਤੰਤੂਆਂ ਨੂੰ ਲਕਵਾ ਮਾਰ ਗਿਆ ਹੋਵੇ ਅਤੇ ਉਹ ਬੇਕਾਰ ਹੋ ਗਏ ਹੋਣ। ਉਹ ਸਟੇਜ ਦੇ ਪਿੱਛੇ ਗਾਇਕ ਦੀ ਪੋਸ਼ਾਕ ਪਾ ਕੇ ਖੜੇ ਹੋਏ ਸਨ ਅਤੇ ਉਹਨਾਂ ਦੇ ਚਿਹਰੇ ਉੱਪਰ ਪਸੀਨਾ ਵਗ ਰਿਹਾ ਸੀ। ਕੁਝ ਹੀ ਪਲਾਂ ਬਾਅਦ ਉਹਨਾਂ ਨੂੰ ਹਜ਼ਾਰਾਂ ਪ੍ਰਸ਼ੰਸਕਾਂ ਦੀ ਭੀੜ ਦੇ ਸਾਹਮਣੇ ਸਟੇਜ ਉੱਤੇ ਜਾ ਕੇ ਗਾਉਣਾ ਸੀ। ਕੰਬਦਿਆਂ ਹੋਇਆਂ ਉਹਨਾਂ ਨੇ ਕਿਹਾ, ਮੈਂ ਗਾ ਨਹੀਂ ਸਕਦਾ, ਸਾਰੇ ਲੋਕ ਮੇਰੇ ਉੱਤੇ ਹੱਸਣਗੇ, ਮੇਰਾ ਕੈਰੀਅਰ ਖਤਮ ਹੋ ਗਿਆ। ਉਹ ਆਪਣੇ ਡਰੈਸਿੰਗ ਰੂਮ ਵਿੱਚ ਜਾਣ ਲਈ ਮੁੜੇ। ਉਦੋਂ ਅਚਨਚੇਤ ਹੀ ਉਹ ਰੁਕ ਕੇ ਚੀਖੇ, ਨਿੱਕਾ ਮੈਂ ਮੇਰੇ ਅੰਦਰ ਦੇ ਵੱਡੇ ਮੈਂ ਦਾ ਸੰਗ ਘੁੱਟਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ ਦੁਬਾਰਾ ਸਟੇਜ ਵੱਲ ਮੁੜੇ ਤੇ ਤਣ ਕੇ ਖੜੇ ਹੋ ਗਏ। ਉਹਨਾਂ ਨੇ ਨਿੱਕੇ ਮੈਂ ਨੂੰ ਆਦੇਸ਼ ਦਿੱਤਾ, ਬਾਹਰ ਨਿਕਲ ਜਾਓ, ਵੱਡਾ ਮੈਂ ਗਾਣਾ ਚਾਹੁੰਦਾ ਹੈ। ਵੱਡੇ ਮੈਂ ਤੋਂ ਕੈਰੂਸੋ ਦਾ ਮਤਲਬ ਆਪਣੇ ਅਵਚੇਤਨ ਮਨ ਦੀ ਅਸੀਮ ਸ਼ਕਤੀਆਂ ਅਤੇ ਬੁੱਧੀ ਨਾਲ ਸੀ। ਉਹ ਚੀਖਣ ਲੱਗੇ ਕਿ ਬਾਹਰ ਨਿਕਲ ਜਾਓ, ਬਾਹਰ ਨਿਕਲ ਜਾਓ, ਵੱਡਾ ਮੈਂ ਗਾਣ ਵਾਲਾ ਹੈ। ਅਵਚੇਤਨ ਮਨ ਨੇ ਪ੍ਰਤੀਕਿਰਿਆ ਕਰਦਿਆਂ ਉਸ ਦੇ ਅੰਦਰ ਅਸੀਮ ਸ਼ਕਤੀਆਂ ਨੂੰ ਮੁਕਤ ਕਰ ਦਿੱਤਾ। ਸਮਾਂ ਆਉਣ 'ਤੇ ਉਹ ਸਟੇਜ ਉੱਤੇ ਗਏ ਅਤੇ ਉਹਨਾਂ ਨੇ ਸ਼ਾਨਦਾਰ ਢੰਗ ਨਾਲ ਗਾਇਆ, ਜਿਸ ਨਾਲ ਸਰੋਤੇ ਮੰਤਰ ਮੁਗਧ ਹੋ ਗਏ। ਤੁਸੀਂ ਹੁਣ ਤਾਈਂ ਜੋ ਸਿੱਖਿਆ ਹੈ ਉਸ ਨਾਲ ਤੁਸੀਂ ਸਮਝ ਸਕਦੇ ਹੋ ਕਿ ਕੈਰੂਸੋ ਮਸਤਿਸ਼ਕ ਦੇ ਦੋ ਸਤਰਾਂ ਨੂੰ ਸਮਝਦੇ ਸੀ, ਚੇਤਨ ਜਾਂ ਤਾਰਕਿਕ ਸਤਰ ਅਤੇ ਅਵਚੇਤਨ ਜਾਂ ਅਤਾਰਕਿਕ ਸਤਰ। ਤੁਹਾਡਾ ਅਵਚੇਤਨ ਮਨ ਪ੍ਰਤੀਕਿਰਿਆਸ਼ੀਲ ਹੈ। ਇਹ ਤੁਹਾਡੇ ਵਿਚਾਰਾਂ ਦੀ ਪ੍ਰਕਿਰਤੀ ਦੇ ਅਨੁਰੂਪ ਪ੍ਰਤੀਕਿਰਿਆ ਕਰਦਾ ਹੈ। ਜਦੋਂ ਤੁਹਾਡਾ ਚੇਤਨ ਮਨ ਡਰ,
ਚਿੰਤਾ ਅਤੇ ਤਣਾਅ ਨਾਲ ਭਰਿਆ ਹੁੰਦਾ ਹੈ ਤਾਂ ਤੁਹਾਡੇ ਅਵਚੇਤਨ ਮਨ ਵਿੱਚ ਨਕਾਰਾਤਮਕ ਭਾਵ ਪ੍ਰਵਾਹਿਤ ਹੋਣ ਲੱਗਦੇ ਹਨ। ਇਹ ਨਕਾਰਾਤਮਕ ਭਾਵ ਚੇਤਨ ਮਨ ਵਿੱਚ ਦਹਿਸ਼ਤ, ਦੁਚਿੱਤੀ ਅਤੇ ਨਿਰਾਸ਼ਾ ਭਰ ਦਿੰਦੇ ਹਨ। ਜਦੋਂ ਤੁਹਾਡੇ ਨਾਲ ਇਸ ਤਰ੍ਹਾਂ ਹੋਵੇ ਤਾਂ ਤੁਸੀਂ ਵੀ ਮਹਾਨ ਕੈਰੂਸੋ ਦੇ ਉਦਾਹਰਣ 'ਤੇ ਅਮਲ ਕਰ ਸਕਦੇ ਹੋ। ਤੁਸੀਂ ਦ੍ਰਿੜਤਾ ਅਤੇ ਪੂਰੇ ਅਧਿਕਾਰ ਨਾਲ ਆਪਣੇ ਵਧੀਕ ਡੂੰਘੇ ਮਨ ਵਿੱਚ ਉਤਪੰਨ ਅਤਾਰਕਿਕ ਭਾਵਾਂ ਨੂੰ ਕਹਿ ਸਕਦੇ ਹੋ ਕਿ ਚੁੱਪ ਰਹੋ, ਸ਼ਾਂਤ ਹੋ ਜਾਓ, ਮੈਂ ਕਾਬੂ ਵਿੱਚ ਹਾਂ, ਤੁਹਾਨੂੰ ਮੇਰੇ ਹੁਕਮਾਂ ਦੀ ਪਾਲਣਾ ਕਰਨੀ ਹੋਵੇਗੀ। ਤੁਸੀਂ ਮੇਰੇ ਹੁਕਮਾਂ ਦੀ ਪਾਲਣਾ ਕਰਨ ਲਈ ਮਜਬੂਰ ਹੋ। ਤੁਸੀਂ ਉੱਥੇ ਦਖਲ ਨਹੀਂ ਦੇ ਸਕਦੇ ਜਿੱਥੇ ਤੁਹਾਡਾ ਖੇਤਰ ਨਹੀਂ ਹੈ। ਜਦੋਂ ਤੁਸੀਂ ਆਪਣੇ ਵਧੀਕ ਡੂੰਘੇ ਸਰੂਪ ਦੀ ਅਤਾਰਕਿਕ ਭਾਵਨਾਵਾਂ ਨੂੰ ਦ੍ਰਿੜਤਾ ਅਤੇ ਅਧਿਕਾਰ ਨਾਲ ਇਹ ਬੋਲੋਗੇ ਤਾਂ ਨਤੀਜਾ ਦੇਖ ਕੇ ਤੁਸੀਂ ਕੀਲੇ ਜਾਵੋਗੇ। ਤੁਹਾਡਾ ਮਨ ਸ਼ਾਂਤੀ ਅਤੇ ਸਦਭਾਵ ਨਾਲ ਭਰ ਜਾਵੇਗਾ। ਅਵਚੇਤਨ ਮਨ ਚੇਤਨ ਮਨ ਦੇ ਅਧੀਨ ਰਹਿੰਦਾ ਹੈ, ਇਸ ਲਈ ਇਸ ਨੂੰ ਅਵਚੇਤਨ ਕਿਹਾ ਜਾਂਦਾ ਹੈ। ਕਾਰਜ ਵਿਧੀ ਦਾ ਵੱਡਾ ਅੰਤਰ। ਚੇਤਨ ਮਨ ਸਮੁੰਦਰੀ ਜਹਾਜ਼ ਦਾ ਕਪਤਾਨ ਹੈ। ਉਹ ਜਹਾਜ਼ ਨੂੰ ਦਿਸ਼ਾ ਦਿੰਦਾ ਹੈ। ਉਹ ਇੰਜਨ ਰੂਮ ਦੇ ਲੋਕਾਂ ਨੂੰ ਆਦੇਸ਼ ਦਿੰਦਾ ਹੈ, ਤਾਂ ਹੀ ਉਹ ਬਾਇਲਰ, ਯੰਤਰਾਂ ਅਤੇ ਬਾਕੀ ਉਪਕਰਣਾਂ ਨੂੰ ਕਾਬੂ ਵਿੱਚ ਕਰਦੇ ਹਨ। ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹ ਕਿੱਥੇ ਜਾ ਰਹੇ ਹਨ। ਉਹ ਤਾਂ ਸਿਰਫ ਕਪਤਾਨ ਦੇ ਆਦੇਸ਼ ਦਾ ਪਾਲਣ ਕਰਦੇ ਹਨ। ਜੇਕਰ ਕਪਤਾਨ ਕੰਪਾਸ ਅਤੇ ਬਾਕੀ ਯੰਤਰਾਂ ਦੇ ਆਧਾਰ 'ਤੇ ਗਲਤ ਜਾਂ ਦੋਸ਼ਪੂਰਨ ਹੁਕਮ ਜਾਰੀ ਕਰ ਦੇਵੇ ਤਾਂ ਜਹਾਜ਼ ਚਟਾਨਾਂ ਨਾਲ ਟਕਰਾ ਸਕਦਾ ਹੈ। ਇੰਜਨ ਰੂਮ ਦੇ ਲੋਕ ਕਪਤਾਨ ਦੇ ਆਦੇਸ਼ਾਂ ਦਾ ਪਾਲਣ ਕਰਨ ਲਈ ਮਜਬੂਰ ਹਨ, ਕਿਉਂਕਿ ਉਹ ਬੌਸ ਹੈ, ਕਿਉਂਕਿ ਉਸ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਹ ਕੀ ਕਰ ਰਿਹਾ ਹੈ। ਇਸ ਲਈ ਇੰਜਨ ਰੂਮ ਦੇ ਲੋਕ ਕਪਤਾਨ ਨਾਲ ਬਹਿਸ ਨਹੀਂ ਕਰਦੇ ਜਾਂ ਪਲਟ ਕੇ ਕੁਝ ਨਹੀਂ ਕਹਿੰਦੇ। ਉਹ ਤਾਂ ਬਸ ਚੁੱਪਚਾਪ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹਨ। ਕਪਤਾਨ ਆਪਣੇ ਜਹਾਜ਼ ਦਾ ਮਾਲਕ ਹੁੰਦਾ ਹੈ ਅਤੇ ਬਾਕੀ ਲੋਕ ਉਸ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹਨ। ਇਸੇ ਤਰ੍ਹਾਂ ਤੁਹਾਡਾ ਅਵਚੇਤਨ ਮਨ ਤੁਹਾਡੇ ਜਹਾਜ਼ ਦਾ ਕਪਤਾਨ ਅਤੇ ਮਾਲਕ ਹੁੰਦਾ ਹੈ। ਤੁਹਾਡਾ ਸਰੀਰ, ਤੁਹਾਡਾ ਆਸਾ-ਪਾਸਾ ਅਤੇ ਤੁਹਾਡੇ ਨਾਲ ਜੁੜੇ ਸਾਰੇ ਮਾਮਲਿਆਂ ਦਾ। ਚੇਤਨ ਮਨ ਤੁਹਾਡੇ ਵਿਸ਼ਵਾਸ ਅਤੇ ਅਨੁਮਾਨਾਂ ਦੇ ਆਧਾਰ 'ਤੇ ਆਦੇਸ਼ ਦਿੰਦਾ ਹੈ ਅਤੇ ਤੁਹਾਡਾ ਅਵਚੇਤਨ ਮਨ ਚੁੱਪਚਾਪ ਉਹਨਾਂ ਆਦੇਸ਼ਾਂ ਨੂੰ ਮੰਨ ਲੈਂਦਾ ਹੈ। ਇਹ ਆਦੇਸ਼ ਉੱਤੇ ਸਵਾਲ ਨਹੀਂ ਕਰਦਾ ਹੈ ਜਾਂ ਇਹ ਨਹੀਂ ਪੁੱਛਦਾ ਕਿ ਉਹ ਕਿਸ ਆਧਾਰ 'ਤੇ ਦਿੱਤੇ ਜਾ ਰਹੇ ਹਨ। ਜੇਕਰ ਤੁਸੀਂ ਆਪਣੇ ਆਪ ਨੂੰ ਵਾਰ-ਵਾਰ ਕਹੋ ਕਿ ਮੇਰੇ ਕੋਲ ਇਸ ਚੀਜ਼ ਨੂੰ ਖਰੀਦਣ ਦੇ ਲਈ ਪੈਸੇ ਨਹੀਂ ਹਨ, ਤਾਂ ਤੁਹਾਡਾ ਅਵਚੇਤਨ ਮਨ ਤੁਹਾਡੀ ਗੱਲ ਨੂੰ ਮੰਨ ਲੈਂਦਾ ਹੈ। ਉਹ ਇਹ ਸੁਨਿਸ਼ਚਿਤ ਕਰ ਦਿੰਦਾ ਹੈ ਕਿ ਤੁਹਾਡੇ ਕੋਲ ਤੁਹਾਡੀ ਮਨਭਾਉਂਦੀ ਚੀਜ਼ ਖਰੀਦਣ ਲਈ ਕਦੇ ਪੈਸੇ ਨਾ ਹੋਣ। ਜਦੋਂ ਤਾਈਂ ਤੁਸੀਂ ਇਹੀ ਕਹਿੰਦੇ ਰਹੋਗੇ ਕਿ ਮੇਰੇ ਕੋਲ ਉਸ ਕਾਰ, ਛੁੱਟੀਆਂ, ਉਸ ਘਰ ਲਈ ਪੈਸੇ ਨਹੀਂ ਹਨ, ਉਦੋਂ ਤੱਕ ਤੁਹਾਡਾ ਅਵਚੇਤਨ ਮਨ ਤੁਹਾਡੇ ਆਦੇਸ਼ਾਂ ਦੀ ਪਾਲਣਾ ਕਰਦਾ ਰਹੇਗਾ। ਤੁਸੀਂ ਜੀਵਨ ਵਿੱਚ ਇਹਨਾਂ ਚੀਜ਼ਾਂ ਨੂੰ ਕਦੇ ਵੀ ਖਰੀਦ ਨਹੀਂ ਪਾਓਗੇ। ਤੁਸੀਂ ਸੋਚੋਗੇ ਕਿ ਇਹੋ ਜਿਹਾ ਹਾਲਾਤਾਂ ਕਾਰਨ ਹੋਇਆ ਹੈ। ਤੁਹਾਨੂੰ ਇਹ ਲੱਗੇਗਾ ਹੀ ਨਹੀਂ ਕਿ ਤੁਹਾਡੇ ਆਪਣੇ ਨਕਾਰਾਤਮਕ ਵਿਚਾਰਾਂ ਕਾਰਨ ਇਹ ਹਾਲਾਤ ਤੁਸੀਂ ਆਪ ਬਣਾਏ ਹਨ। ਪਿਛਲੇ ਕ੍ਰਿਸਮਸ ਈਵ ਉੱਤੇ ਨੀਨਾ ਡਬਲਿਊ ਨਾਂ ਦੀ ਇੱਕ ਕੁੜੀ, ਜਿਹੜੀ ਦੱਖਣ ਕੈਲੀਫੋਰਨੀਆ ਯੂਨੀਵਰਸਿਟੀ ਦੀ ਇੱਕ ਵਿਦਿਆਰਥਣ ਹੈ, ਬੈਵਰਲੀ ਹਿਲਜ਼ ਦੇ ਇੱਕ ਬਿਹਤਰੀਨ ਸ਼ਾਪਿੰਗ ਇਲਾਕੇ ਤੋਂ ਗੁਜ਼ਰ ਰਹੀ ਸੀ। ਉਸ ਦੇ ਮਨ ਵਿੱਚ ਤਾਂਘ ਸੀ। ਉਹ ਬਫੈਲੋ, ਨਿਊਯਾਰਕ ਵਿੱਚ ਆਪਣੇ ਪਰਿਵਾਰ ਨਾਲ ਛੁੱਟੀਆਂ ਮਨਾਉਣ ਜਾਣ ਵਾਲੀ ਸੀ। ਜਦੋਂ ਨੀਨਾ ਇੱਕ ਦੁਕਾਨ ਦੇ ਕੋਲੋਂ ਲੰਘੀ ਤਾਂ ਉਸ ਦੀ ਨਜ਼ਰ ਡਿਸਪਲੇ ਵਿੰਡੋ 'ਤੇ ਰੱਖੇ ਹੋਏ ਇੱਕ ਸੁੰਦਰ ਸਪੈਨਿਸ਼ ਲੈਦਰ ਬੈਗ ਉੱਤੇ ਪਈ। ਉਸ ਨੇ ਉਸ ਨੂੰ ਹਸਰਤ ਭਰੀ ਨਜ਼ਰ ਨਾਲ ਤੱਕਿਆ, ਫਿਰ ਮੁੱਲ ਦੇਖਦੇ ਸਾਰ ਹੀ ਉਸ ਦੇ ਮੂੰਹੋਂ ਆਹ ਨਿਕਲ ਗਈ। ਉਹ ਆਪਣੇ ਆਪ ਨੂੰ ਕਹਿਣ ਵਾਲੀ ਸੀ, ਮੈਂ ਇੰਨਾ ਮਹਿੰਗਾ ਬੈਗ ਕਦੇ ਖਰੀਦ ਨਹੀਂ ਪਾਵਾਂਗੀ। ਉਸ ਵੇਲੇ ਉਸ ਨੂੰ ਮੇਰੇ ਲੈਕਚਰ ਦਾ ਇਹ ਵਾਕ ਯਾਦ ਆਇਆ ਕਿ ਕਦੇ ਵੀ ਕਿਸੇ ਨਕਾਰਾਤਮਕ ਵਾਕ ਨੂੰ ਪੂਰਾ ਨਾ ਹੋਣ ਦਿਓ। ਇਸ ਨੂੰ ਇੱਕਦਮ ਉਲਟਾ ਕੇ ਸਕਾਰਾਤਮਕ ਕਰ ਦਿਓ ਅਤੇ ਤੁਹਾਡੇ ਜੀਵਨ ਵਿੱਚ ਚਮਤਕਾਰ ਹੋ ਜਾਵੇਗਾ। ਯਾਨੀ ਕੱਚ ਦੇ ਪਾਰ ਪਏ ਬੈਗ ਨੂੰ ਘੂਰਦਿਆਂ ਉਸਨੇ ਕਿਹਾ ਕਿ ਇਹ ਬੈਗ ਮੇਰਾ ਹੈ, ਇਹ ਵਿਕਰੀ ਲਈ ਹੈ। ਮੈਂ ਮਾਨਸਿਕ ਤੌਰ ਤੋਂ ਸਵੀਕਾਰ ਕਰਦੀ ਹਾਂ ਕਿ ਇਹ ਮੈਨੂੰ ਮਿਲੇਗਾ ਅਤੇ ਮੇਰਾ ਅਵਚੇਤਨ ਮਨ ਇਹ ਸੁਨਿਸ਼ਚਿਤ ਕਰੇਗਾ ਕਿ ਇਹ ਮੈਨੂੰ ਮਿਲ ਜਾਵੇ। ਉਸੇ ਸ਼ਾਮ ਨੂੰ ਨੀਨਾ ਆਪਣੇ ਮੰਗੇਤਰ ਨੂੰ ਡਿਨਰ ਉੱਤੇ ਮਿਲੀ। ਉਹ ਰੈਪਰ ਵਿੱਚ ਵਲੇਟਿਆ ਹੋਇਆ ਇੱਕ ਸੋਹਣਾ ਤੋਹਫਾ ਲਿਆਇਆ ਸੀ। ਸਾਹ ਰੋਕ ਕੇ ਨੀਨਾ ਨੇ ਉਸ ਨੂੰ ਖੋਲ੍ਹਿਆ। ਉੱਥੇ ਉਹੀ ਲੈਦਰ ਬੈਗ ਸੀ ਜਿਸ ਨੂੰ ਉਸਨੇ ਦੁਪਹਿਰ ਨੂੰ ਦੇਖਿਆ ਸੀ ਤੇ ਆਪਣਾ ਮੰਨ ਲਿਆ ਸੀ। ਉਸਨੇ ਆਪਣੇ ਮਨ ਨੂੰ ਉਮੀਦ ਨਾਲ ਭਰ ਲਿਆ ਸੀ। ਇਸੇ ਤਰ੍ਹਾਂ ਉਸਨੇ ਇਸ ਮਾਮਲੇ ਨੂੰ ਵਧੇਕ ਡੂੰਘੇ ਮਨ ਭਾਵ ਅਵਚੇਤਨ ਮਨ ਵਿੱਚ ਪਹੁੰਚਾ ਦਿੱਤਾ ਸੀ, ਜਿਸ ਦੇ ਕੋਲ ਉਪਲਬਧੀ ਦੀ ਸ਼ਕਤੀ ਹੈ। ਬਾਅਦ ਵਿੱਚ ਨੀਨਾ ਨੇ ਮੈਨੂੰ ਦੱਸਿਆ, ਮੇਰੇ ਕੋਲ ਉਸ ਬੈਗ ਨੂੰ ਖਰੀਦਣ ਜੋਗੇ ਪੈਸੇ ਨਹੀਂ ਸਨ, ਲੇਕਿਨ ਇਸ ਦੇ ਬਾਵਜੂਦ ਵੀ ਇਹ ਮੈਨੂੰ ਮਿਲ ਗਿਆ। ਹੁਣ ਮੈਂ ਜਾਣ ਗਈ ਹਾਂ ਕਿ ਮੈਨੂੰ ਧਨ ਅਤੇ ਬਾਕੀ ਚੀਜ਼ਾਂ ਕਿੱਥੋਂ ਮਿਲਣਗੀਆਂ। ਉਹ ਸਾਰਾ ਕੁਝ ਆਪਣੇ ਅੰਦਰਲੇ ਸਦੀਵੀ ਖਜ਼ਾਨੇ ਤੋਂ ਮਿਲੇਗਾ। ਉਸ ਦੇ ਅਵਚੇਤਨ ਨੇ ਕਿਵੇਂ ਪ੍ਰਤੀਕਿਰਿਆ ਕੀਤੀ?
ਕੁਝ ਮਹੀਨੇ ਪਹਿਲਾਂ ਮੈਨੂੰ ਰੂਥ ਨਾਂ ਦੀ ਇੱਕ ਮਹਿਲਾ ਦਾ ਪੱਤਰ ਮਿਲਿਆ ਜਿਸ ਨੇ ਮੇਰੇ ਭਾਸ਼ਣ ਸੁਣੇ ਸਨ। ਉਸ ਨੇ ਲਿਖਿਆ ਸੀ ਕਿ ਮੈਂ 75 ਵਰ੍ਹਿਆਂ ਦੀ ਇੱਕ ਵਿਧਵਾ ਹਾਂ। ਮੇਰੇ ਬੱਚੇ ਵੱਡੇ ਹੋਣ ਤੋਂ ਬਾਅਦ ਬਾਹਰ ਚਲੇ ਗਏ ਸਨ। ਮੈਂ ਇਕੱਲੀ ਰਹਿ ਗਈ ਸੀ ਅਤੇ ਸੋਸ਼ਲ ਸਿਕਿਉਰਿਟੀ ਅਤੇ ਥੋੜੀ ਜਿਹੀ ਪੈਨਸ਼ਨ ਉੱਤੇ ਗੁਜ਼ਾਰਾ ਕਰ ਰਹੀ ਸੀ। ਮੇਰਾ ਜੀਵਨ ਬੜਾ ਵਿਅਰਥ ਅਤੇ ਨਿਰਾਸ਼ਾਪੂਰਨ ਸੀ। ਫਿਰ ਮੈਨੂੰ ਅਵਚੇਤਨ ਮਨ ਦੀਆਂ ਸ਼ਕਤੀਆਂ ਉੱਤੇ ਤੁਹਾਡਾ ਭਾਸ਼ਣ ਯਾਦ ਆਇਆ। ਤੁਸੀਂ ਕਿਹਾ ਸੀ ਕਿ ਦੁਹਰਾਉਣ, ਆਸਥਾ ਅਤੇ ਉਮੀਦ ਰਾਹੀਂ ਅਸੀਂ ਆਪਣੇ ਵਿਚਾਰ ਅਵਚੇਤਨ ਮਨ ਤੱਕ ਪਹੁੰਚਾ ਸਕਦੇ ਹਾਂ। ਕੀ ਇਹ ਸੱਚ ਹੋ ਸਕਦਾ ਹੈ? ਮੈਂ ਅਜਮਾਉਣ ਦਾ ਫੈਸਲਾ ਲਿਆ। ਮੇਰੇ ਕੋਲ ਖੋਣ ਲਈ ਕੁਝ ਵੀ ਨਹੀਂ ਸੀ। ਮੈਂ ਵਾਰ-ਵਾਰ ਪੂਰੀ ਭਾਵਨਾ ਨਾਲ ਦੁਹਰਾਉਣ ਲੱਗੀ, ਕੋਈ ਮੈਨੂੰ ਚਾਹੁੰਦਾ ਹੈ, ਕੋਈ ਮੈਨੂੰ ਪਿਆਰ ਕਰਦਾ ਹੈ। ਮੈਂ ਵਿਆਹੁਤਾ ਹਾਂ ਅਤੇ ਮੇਰਾ ਪਤੀ ਦਿਆਲੂ, ਪ੍ਰੇਮਪੂਰਨ ਅਤੇ ਅਧਿਆਤਮਕ ਮਾਨਸਿਕਤਾ ਵਾਲਾ ਹੈ। ਮੈਂ ਸੁਰੱਖਿਅਤ ਅਤੇ ਸੁਖੀ ਹਾਂ। ਮੈਂ ਤਕਰੀਬਨ 2 ਹਫ਼ਤਿਆਂ ਤੱਕ ਹਰ ਦਿਨ ਇਹ ਗੱਲ ਵਾਰ-ਵਾਰ ਦੁਹਰਾਉਂਦੀ ਰਹੀ। ਇੱਕ ਦਿਨ ਨੁੱਕਰ ਵਾਲੀ ਦੁਕਾਨ ਉੱਤੇ ਮੇਰੀ ਇੱਕ ਫਾਰਮਾਸਿਸਟ ਨਾਲ ਮੁਲਾਕਾਤ ਹੋਈ। ਉਹ ਦਿਆਲੂ, ਸਿਆਣੇ ਅਤੇ ਬੜੇ ਧਾਰਮਿਕ ਸਨ। ਉਹ ਮੇਰੀ ਪ੍ਰਾਰਥਨਾ ਦਾ ਆਦਰਸ਼ ਜਵਾਬ ਸਨ। 1 ਹਫ਼ਤੇ ਦੇ ਅੰਦਰ ਹੀ ਉਹਨਾਂ ਨੇ ਮੇਰੇ ਸਾਹਮਣੇ ਵਿਆਹ ਦੀ ਪੇਸ਼ਕਸ਼ ਕੀਤੀ। ਇਸ ਵੇਲੇ ਅਸੀਂ ਯੂਰਪ ਵਿੱਚ ਹਨੀਮੂਨ ਮਨਾ ਰਹੇ ਹਾਂ। ਮੈਂ ਜਾਣਦੀ ਹਾਂ ਕਿ ਮੇਰੇ ਅਵਚੇਤਨ ਮਨ ਦੀ ਬੁੱਧੀਮਤਾ ਹੀ ਸਾਨੂੰ ਦੋਹਾਂ ਨੂੰ ਇੰਨਾ ਨਜ਼ਦੀਕ ਲਿਆਈ। ਰੂਥ ਨੇ ਪਾਇਆ ਕਿ ਖਜ਼ਾਨਾ ਉਸ ਦੇ ਅੰਦਰ ਸੀ। ਉਸ ਦੀ ਪ੍ਰਾਰਥਨਾ ਉਸ ਦੇ ਦਿਲ ਨੂੰ ਸੱਚੀ ਲੱਗੀ ਤੇ ਉਸ ਦੀ ਸਕਾਰਾਤਮਕਤਾ ਉਸ ਦੇ ਅਵਚੇਤਨ ਮਨ ਵਿੱਚ ਉਤਰ ਗਈ, ਜਿਹੜੀ ਰਚਨਾਤਮਕ ਸਾਧਨ ਹੈ। ਜਿਸ ਪਲ ਉਸ ਨੇ ਇਹ ਦ੍ਰਿੜਤਾ ਨਾਲ ਇਹ ਤਸਵੀਰ ਦੇਖੀ, ਉਸ ਦੇ ਅਵਚੇਤਨ ਮਨ ਨੇ ਆਕਰਸ਼ਣ ਦੇ ਨਿਯਮ ਰਾਹੀਂ ਜਵਾਬ ਖੋਜ ਲਿਆ। ਬੁੱਧੀਮਾਨੀ ਅਤੇ ਸਿਆਣਪ ਨਾਲ ਭਰਿਆ ਅਵਚੇਤਨ ਮਨ ਉਸ ਨੂੰ ਅਤੇ ਉਸ ਦੇ ਪਤੀ ਨੂੰ ਇੱਕੋ ਵਾਰੀ ਨਾਲ ਲੈ ਆਇਆ। ਤੁਸੀਂ ਇਸ ਬਾਰੇ ਜ਼ਰੂਰ ਸੋਚੋ। ਜਿਹੜੀਆਂ ਵੀ ਚੀਜ਼ਾਂ ਸੱਚੀਆਂ ਹਨ, ਜਿਹੜੀਆਂ ਵੀ ਚੀਜ਼ਾਂ ਇਮਾਨਦਾਰ ਹਨ, ਜਿਹੜੀਆਂ ਵੀ ਚੀਜ਼ਾਂ ਨਿਆਂਪੂਰਨ ਹਨ, ਜਿਹੜੀਆਂ ਵੀ ਚੀਜ਼ਾਂ ਸ਼ੁੱਧ ਹਨ, ਜਿਹੜੀਆਂ ਵੀ ਚੀਜ਼ਾਂ ਪਿਆਰੀਆਂ ਹਨ, ਜਿਹੜੀਆਂ ਵੀ ਚੀਜ਼ਾਂ ਚੰਗੀਆਂ ਹਨ, ਜੇਕਰ ਕੋਈ ਆਸਥਾ ਹੈ ਅਤੇ ਜੇਕਰ ਕੋਈ ਸ਼ਲਾਘਾ ਹੈ ਤਾਂ ਇਹਨਾਂ ਚੀਜ਼ਾਂ ਬਾਰੇ ਸੋਚੋ। ਯਾਦ ਰੱਖਣ ਲਾਇਕ ਵਿਚਾਰ। ਖਜ਼ਾਨਾ ਤੁਹਾਡੇ ਅੰਦਰ ਹੈ। ਆਪਣੀ ਦਿਲੀ ਇੱਛਾ ਦਾ ਜਵਾਬ ਅੰਦਰ ਖੋਜੋ। ਨੰਬਰ 2, ਸਾਰੇ ਯੁਗਾਂ ਦੇ ਮਹਾਨ ਵਿਅਕਤੀਆਂ ਦਾ ਮਹਾਨ ਰਹੱਸ ਇਹ ਸੀ ਕਿ ਉਹਨਾਂ ਵਿੱਚ ਆਪਣੇ ਅਵਚੇਤਨ ਮਨ ਦੀ ਸ਼ਕਤੀਆਂ ਨਾਲ ਸੰਪਰਕ ਕਰਨ ਅਤੇ ਉਹਨਾਂ ਨੂੰ ਮੁਕਤ ਕਰਨ ਦੀ ਯੋਗਤਾ ਸੀ ਤੇ ਤੁਸੀਂ ਵੀ ਇੰਜ ਕਰ ਸਕਦੇ ਹੋ। ਨੰਬਰ 3, ਤੁਹਾਡੇ ਅਵਚੇਤਨ ਮਨ ਕੋਲ ਸਾਰੀਆਂ ਸਮੱਸਿਆਵਾਂ ਦਾ ਜਵਾਬ ਹੈ। ਜੇਕਰ ਤੁਸੀਂ ਸੌਣ ਤੋਂ ਪਹਿਲਾਂ ਅਵਚੇਤਨ ਮਨ ਨੂੰ ਕਹੋ ਕਿ ਮੈਂ ਸਵੇਰੇ 6 ਵਜੇ ਉੱਠਣਾ ਚਾਹੁੰਦਾ ਹਾਂ ਤਾਂ ਇਹ ਤੁਹਾਨੂੰ ਠੀਕ ਉਸੇ ਸਮੇਂ ਜਗਾ ਦਿੰਦਾ ਹੈ। ਨੰਬਰ 4, ਤੁਹਾਡਾ ਅਵਚੇਤਨ ਮਨ ਤੁਹਾਡੇ ਸਰੀਰ ਦਾ ਨਿਰਮਾਤਾ ਹੈ ਅਤੇ ਤੁਹਾਡਾ ਉਪਚਾਰ ਕਰ ਸਕਦਾ ਹੈ। ਹਰ ਰਾਤ ਆਦਰਸ਼ ਸਿਹਤ ਦੇ ਵਿਚਾਰਾਂ ਨਾਲ ਸੌਣ ਜਾਓ ਅਤੇ ਤੁਹਾਡਾ ਵਫਾਦਾਰ ਸੇਵਕ ਭਾਵ ਅਵਚੇਤਨ ਮਨ ਤੁਹਾਡੇ ਆਦੇਸ਼ ਦੀ ਪਾਲਣਾ ਕਰੇਗਾ। ਨੰਬਰ 5, ਹਰ ਵਿਚਾਰ ਇੱਕ ਕਾਰਨ ਹੈ ਅਤੇ ਹਰ ਪ੍ਰਸਥਿਤੀ ਇੱਕ ਨਤੀਜਾ ਹੈ। ਨੰਬਰ 6, ਜੇਕਰ ਤੁਸੀਂ ਪੁਸਤਕ ਲਿਖਣਾ ਚਾਹੁੰਦੇ ਹੋ, ਵਧੀਆ ਨਾਟਕ ਲਿਖਣਾ ਚਾਹੁੰਦੇ ਹੋ, ਆਪਣੇ ਸਰੋਤਿਆਂ ਦੇ ਸਾਹਮਣੇ ਵਧੀਆ ਭਾਸ਼ਣ ਦੇਣਾ ਚਾਹੁੰਦੇ ਹੋ ਤਾਂ ਇਹ ਵਿਚਾਰ, ਭਾਵਨਾ ਅਤੇ ਪ੍ਰੇਮ ਨਾਲ ਆਪਣੇ ਅਵਚੇਤਨ ਮਨ ਤੱਕ ਪਹੁੰਚਾ ਦਿਓ। ਉਹ ਇਸ ਉੱਤੇ ਇਸ ਦੇ ਅਨੁਰੂਪ ਪ੍ਰਤੀਕਿਰਿਆ ਕਰੇਗਾ। ਨੰਬਰ 7, ਤੁਸੀਂ ਜਹਾਜ਼ ਦੇ ਕਪਤਾਨ ਵਾਂਗ ਹੋ। ਤੁਹਾਨੂੰ ਸਹੀ ਨਿਰਦੇਸ਼ ਦੇਣੇ ਹੋਣਗੇ, ਨਹੀਂ ਤਾਂ ਜਹਾਜ਼ ਦੁਰਘਟਨਾਗ੍ਰਸਤ ਹੋ ਜਾਵੇਗਾ। ਇਸੇ ਤਰ੍ਹਾਂ ਤੁਹਾਨੂੰ ਆਪਣੇ ਅਵਚੇਤਨ ਮਨ ਨੂੰ ਸਹੀ ਆਦੇਸ਼, ਵਿਚਾਰ ਤੇ ਤਸਵੀਰਾਂ ਦੇਣੇ ਹੋਣਗੇ ਜਿਹੜੇ ਤੁਹਾਡੇ ਸਾਰੇ ਅਨੁਭਵਾਂ ਨੂੰ ਕਾਬੂ ਕਰਦਾ ਹੈ। ਨੰਬਰ 8, ਇਸ ਤਰ੍ਹਾਂ ਦੇ ਵਾਕਾਂ ਦਾ ਪ੍ਰਯੋਗ ਕਦੇ ਨਾ ਕਰੋ, ਮੇਰੇ ਕੋਲ ਇਸ ਦੇ ਲਈ ਪੈਸੇ ਨਹੀਂ ਹਨ ਜਾਂ ਮੈਂ ਇਹ ਕੰਮ ਨਹੀਂ ਕਰ ਸਕਦਾ। ਤੁਸੀਂ ਜੋ ਸੋਚਦੇ ਹੋ ਤੁਹਾਡਾ ਅਵਚੇਤਨ ਮਨ ਉਸੇ ਗੱਲ ਨੂੰ ਸੱਚ ਮੰਨ ਲੈਂਦਾ ਹੈ। ਉਹ ਇਹ ਸੁਨਿਸ਼ਚਿਤ ਕਰਦਾ ਹੈ ਕਿ ਤੁਹਾਡੇ ਕੋਲ ਕਦੇ ਪੈਸੇ ਨਹੀਂ ਰਹਿਣ ਜਾਂ ਉਸ ਕੰਮ ਨੂੰ ਕਰਨ ਦੀ ਸਮਰੱਥਾ ਨਾ ਰਹੇ ਜਿਹੜੀ ਕਿ ਤੁਸੀਂ ਕਰਨਾ ਚਾਹੁੰਦੇ ਹੋ। ਇਸ ਦੀ ਬਜਾਏ ਦ੍ਰਿੜਤਾ ਨਾਲ ਕਹੋ ਕਿ ਮੈਂ ਆਪਣੇ ਅਵਚੇਤਨ ਮਨ ਦੀ ਸ਼ਕਤੀ ਨਾਲ ਸਾਰੇ ਕੰਮ ਕਰ ਸਕਦਾ ਹਾਂ। ਨੰਬਰ 9, ਜੀਵਨ ਦਾ ਨਿਯਮ ਵਿਸ਼ਵਾਸ ਦਾ ਨਿਯਮ ਹੈ। ਵਿਸ਼ਵਾਸ ਤੁਹਾਡੇ ਮਸਤਿਸ਼ਕ ਦਾ ਇੱਕ ਵਿਚਾਰ ਹੈ। ਉਹਨਾਂ ਚੀਜ਼ਾਂ ਵਿੱਚ ਵਿਸ਼ਵਾਸ ਨਾ ਕਰੋ ਜਿਹੜੀਆਂ ਤੁਹਾਨੂੰ ਨੁਕਸਾਨ ਜਾਂ ਸੱਟ ਪਹੁੰਚਾਉਣ। ਆਪਣੇ ਅਵਚੇਤਨ ਦੀਆਂ ਸ਼ਕਤੀਆਂ ਵਿੱਚ ਵਿਸ਼ਵਾਸ ਕਰੋ। ਇਹ ਵਿਸ਼ਵਾਸ ਰੱਖੋ ਕਿ ਉਹ ਤੁਹਾਡਾ ਉਪਚਾਰ ਕਰਨਗੀਆਂ, ਪ੍ਰੇਰਿਤ ਕਰਨਗੀਆਂ, ਸ਼ਕਤੀਸ਼ਾਲੀ ਤੇ ਸਮਰਿੱਧ ਬਣਾਉਣਗੀਆਂ। ਤੁਹਾਡੇ ਵਿਸ਼ਵਾਸ ਦੇ ਅਨੁਰੂਪ ਹੀ ਤੁਹਾਨੂੰ ਮਿਲੇਗਾ। ਨੰਬਰ 10, ਆਪਣੇ ਵਿਚਾਰਾਂ ਨੂੰ ਬਦਲ ਲਵੋ, ਤੁਹਾਡੀ ਤਕਦੀਰ ਆਪਣੇ ਆਪ ਬਦਲ ਜਾਵੇਗੀ। ਸੋ ਦੋਸਤੋ, ਇਸ ਦੇ ਨਾਲ ਇਹ ਲੇਖ ਖਤਮ ਹੁੰਦਾ ਹੈ ਤੇ ਹੁਣ ਸ਼ੁਰੂ ਹੁੰਦਾ ਹੈ ਇਸ ਦਾ ਦੂਜਾ ਭਾਗ।